श्री वाहिगुरु साहिब जी। टेढ़ी पाग टेढ़े चले, लागे वीरे खान। भाऊ भगत स्यों काज न कछुए, मेरो काम दीवान। टेढ़ी पाग टेढ़े चले। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल शब्दा अवतार, दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। टेढ़ी पाग टेढ़े चले, राग की धारा बाणी कबीर जीओ की। भगत कबीर साहब जी की गुरबाणी केदारा राग दे विच प्रारंभ है। हे भाई टेढ़ी पाग तुसी मिंगी जई पग बन के अभिमान दे विच विंगे आकड़ के चलदे हो, अते लागे वीरे खान। अपने आप नूं वीरे बहादुर अते खान सरदार खमाउण वाले लगे हुए हो, या अपने जीवन नूं बर्बाद करने वास्ते पाना दे बीड़े खान विच लगे हुए हो। एक पठाणा दा पट्ठा किशोर अवस्था वाला लंबा उच्चा जवान पठान बच्चा, जद भी कबीर साहब जी ने बाहर सैर करने वास्ते जाना तो उन्हें शीशे नूं अगे रख के पग बनदे ही दिखना। जिस तरह पठान वट जिहा चाड़ के टेढ़ियां मेढ़ियां जिहियां पग्गां बनदे हन, भगत कबीर साहब जी ने उन्होंने कहना कि हे काका, हे बच्चा, हे भाई, जद मैं जांदा तां भी तू पग बनदा हुन्ना, शीशे अगे मूँह वेखी जाना। ये कोई बंदियां दा काम थोड़ो आ, तुसीं दसो भी बंदियां दा काम है? 2-2 घंटे शीशे अगे बैठे रहना। रब ने बंदा बनाया है ते सुभाव भी बंदियां वाला होना चाहिए है। पर तू जद मैं वापस आना तो वापस भी पागी बनता दिखता है। जिन्ना समा तू शीशे अगे गुजारदा है आपदा सिर मुँह सवारन वास्ते,
ਉਹਨਾਂ ਸਮਾਂ ਜੇ ਬੈਠ ਕੇ ਭਜਨ ਕਰੇ ਪ੍ਰਮਾਤਮਾ ਦਾ ਤਾਂ ਕਿੰਨਾ ਤੇਰਾ ਖਜ਼ਾਨਾ ਜਮਾ ਹੋ ਜਾਏ। ਕਹਿਣ ਲੱਗਾ ਜਾ ਜਾ ਜਲਾਏ, ਤੇਰੇ ਵਰਗੇ ਜਲਾਇਆਂ ਨੂੰ ਲੋੜ ਹੈ। ਅਸੀਂ ਤਾਂ ਪਠਾਨ ਹੁੰਦੇ ਆ, ਸਾਨੂੰ ਨਹੀਂ ਇਸ ਤਰ੍ਹਾਂ ਦਾ ਕੰਮ ਚੰਗਾ ਲੱਗਦਾ। ਸਾਡਾ ਕੰਮ ਤਾਂ ਇਹੀ ਹੈ ਵੀ ਟੌਟ ਬੱਕੇ 'ਚ ਰਹਿਣਾ ਤੇ ਪਿੰਡ ਦੀ ਗੇੜੀ ਮਾਰਨੀ, ਆਪਦੀ ਧਮਕ ਪਾਉਣੀ, ਧਮਾਲ ਪਾਉਣੀ, ਲੋਕ ਸਾਡੇ ਤੋਂ ਵੇਖ ਕੇ ਡਰਨ ਜਾਂ ਸਾਡੇ ਵੱਲ ਅਟਰੈਕਟ ਹੋਣ। ਇਸ ਤਰੀਕੇ ਦੇ ਨਾਲ ਤੈਨੂੰ ਜਲਾਏ ਨੂੰ ਕੀ ਪਤਾ। ਕਹਿੰਦੇ ਅੱਛਾ, ਕਬੀਰ ਜੀ ਨੇ ਡੇਲੀ ਉਹਨੂੰ ਟੋਕਣਾ, ਕੋਈ ਬੱਚਾ ਅੱਲਾਹ ਤਾਲਾ ਖੁਦਾ ਦਾ ਨਾਮ ਜਪਿਆ ਕਰ। ਉਹਨੇ ਕਹਿਣਾ ਜਾ ਆਪਦਾ ਕੰਮ ਕਰ, ਤੇਰਾ ਤਾਂ ਕੰਮ ਹੀ ਇਹ ਹੈ ਟੋਕ ਟਕਈਏ ਵਾਲਾ। ਉਹਨੇ ਕਬੀਰ ਜੀ ਦੀ ਗੱਲ ਨਹੀਂ ਮੰਨੀ ਜੇ। ਫਿਰ ਕੀ ਹੋਇਆ, ਕਿਤੇ ਬਾਹਰ ਸ਼ਿਕਾਰ ਖੇਡਣ ਗਿਆ ਹੋਵੇਗਾ, ਕਿਸੇ ਮਾਰ ਪਾੜ ਖਾਣ ਵਾਲੇ ਸ਼ਿਕਾਰੀ ਜਾਨਵਰ ਨੇ ਉਹਦਾ ਘੋਗਾ ਚਿੱਤ ਕਰ ਦਿੱਤਾ ਤੇ ਮਾਸ ਮੂਸ ਵੀ ਜਾਨਵਰ ਉਹ ਕੱਟ ਕੁੱਟ ਕੇ ਲੈ ਗਏ, ਖਾ ਗਏ। ਇੱਕ ਕਰੰਗ ਪਿਆ ਹੋਇਆ ਸੀਗਾ, ਉਹ ਕਰੰਗ ਦੇ ਉੱਪਰ ਇੱਕ ਕਾਂ ਬੈਠਾ ਆਪਦੀ ਗੰਦਗੀ ਵਾਲੀ ਚੁੰਝ ਸਵਾਰ ਲਿਆ ਸੀ। ਭਗਤ ਕਬੀਰ ਸਾਹਿਬ ਜੀ ਨੇ ਦੇਖਿਆ ਅੰਤਰ ਧਿਆਨ ਹੋ ਕੇ ਕਿਸ ਬੰਦੇ ਦਾ ਕੁਰੰਗ ਹੈ। ਉਹਨਾਂ ਨੂੰ ਅੰਤਰਜਾਮਤਾ ਨਾਲ ਪਤਾ ਚੱਲਿਆ ਕਿ ਤਾਂ ਉਹੀ ਪਠਾਨ ਪੱਠੇ ਦਾ ਕੁਰੰਗ ਹੈ ਜਿਹੜਾ ਸਾਡੇ ਆਖੇ ਨਹੀਂ ਸੀ ਲੱਗਦਾ ਹੁੰਦਾ। ਤਾਂ ਕਬੀਰ ਸਾਹਿਬ ਜੀ ਨੇ ਬੜੇ ਵੈਰਾਗਮਈ ਅੱਖਰਾਂ ਦੇ ਵਿੱਚ ਪ੍ਰਭੂ ਦਾ ਚਿੰਤਨ ਕੀਤਾ। ਸਮਝ ਲਓ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ, ਜਿਹੇ ਸਿਰ ਰਚ ਰਚ ਬੰਧਤ ਭਾਗ, ਸੋ ਸਿਰ ਚੁੰਝ ਸਵਾਰ ਹੈ ਕਾਗ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਖਿਆਲ ਕਰਨਾ, ਮੈਂ ਪੱਗ ਤੇ ਕਮੈਂਟ ਨਹੀਂ ਕਰ ਰਿਹਾ, ਜਿਹੜੇ ਪੱਗਾਂ ਵਾਲੇ ਨੇ ਗੁੱਸਾ ਨਾ ਕਰਨ। ਕੋਨੇ ਮੋਨੇ ਵੀ ਜੇਬ ਦੇ ਵਿੱਚ ਕੰਗੀਆਂ ਰੱਖਦੇ ਤੇ ਕਬੂਤਰਾਂ ਵਾਂਗ, ਜਿਸ ਤਰ੍ਹਾਂ ਕਬੂਤਰਾਂ ਦੇ ਰੰਗ ਬਿਰੰਗੇ ਖੰਭ ਹੁੰਦੇ ਅੱਜ ਕੱਲ੍ਹ, ਉਹ ਨਵਾਂ ਹੀ ਸਟੰਡ ਚੱਲਿਆ, ਤਾਂ ਖੰਭਾਂ ਜਿਹੀਆਂ ਨੂੰ ਖੜੇ ਕਰ ਲੈਂਦੇ। ਆਪਦੀਆਂ ਬਾਹਾਂ ਹੱਥਾਂ ਦੇ ਟੈਟੂ ਜੇ ਬਣਾਏ ਹੁੰਦੇ। ਉਹ ਕਾਨੂੰਨ ਮੁਤਾਬਕ ਵੀ ਨਾ ਫੌਜ 'ਚ ਭਰਤੀ ਹੋ ਸਕੇ, ਨਾ ਕੋਈ ਮੈਡੀਕਲ ਹੋ ਸਕੇ। ਇਹਦੇ ਲੌਜਿਕ ਕੇਵਲ ਪੱਗ ਦਾ ਨਹੀਂ ਹੈ, ਟੌਟ ਪੱਕੇ ਦਾ ਹੈ, ਜਿਹੜਾ ਸ਼ੀਸ਼ੇ ਅੱਗੇ ਬੈਠ ਕੇ ਆਪਦਾ ਮੂੰਹ ਸਵਾਰੀ ਜਾਣਾ। ਮਹਾਰਾਜ ਕਲਗੀਧਰ ਜੀ ਗੁਰਦੁਆਰਾ ਸੀ ਪੌਂਡਾ ਸਾਹਿਬ ਵਿਖੇ ਜਿਹਦੀ ਸਭ ਤੋਂ ਸੋਹਣੀ ਦਸਤਾਰ ਹੁੰਦੀ ਉਹਨੂੰ ਇਨਾਮ ਦਿਆ ਕਰਦੇ। ਇੱਕ ਨਿਹੰਗ ਸਿੰਘ ਜਿਹੜਾ ਕਾਫੀ ਪ੍ਰਸਿੱਧ ਹੈ, ਉਹਦੀ 35 ਤੋਂ 50 ਕਿਲੋ ਤੱਕ ਦੀ ਪੱਗ ਤੇ ਪਤਾ ਨਹੀਂ ਮੀਟਰ 80-85 ਮੀਟਰ ਦੀ। ਮੈਨੂੰ ਕਈ ਵਾਰ ਪੁੱਛਿਆ, ਮੈਂ ਕਿਹਾ ਬਾਬਾ ਜੀ ਖੇਚਲ ਬੜੀ ਹੁੰਦੀ ਹੋਊਗੀ, ਟਾਈਮ ਬੜਾ ਲੱਗਦਾ ਹੋਊਗਾ। ਕਹਿੰਦੇ 2:30 ਵਜੇ ਉੱਠਦਾ ਹਾਂ, 6 ਵਜੇ ਤੱਕ ਮਸਾਂ ਦਸਤਾਰ ਹੀ ਸਜਾਈ ਜਾਂਦੀ ਹੈ। ਪਰ ਖਿਆਲ ਕਰਨਾ, ਗੱਲ ਤਾਂ ਰੱਬ ਦੇ ਨਾਮ ਦੀ ਹੈ। ਨਿਹੰਗ ਸਿੰਘਾਂ ਨੇ ਆਪਦੇ ਗੁਟਕੇ ਸਾਹਿਬ ਦੇ ਵਿੱਚ ਦਮਾਲੇ ਦਾ ਇੱਕ ਸ਼ਬਦ ਵੱਖਰਾ ਹੀ ਲਿਖਿਆ ਹੋਇਆ ਹੈ ਕਿ ਜਦ ਵੀ ਦਸਤਾਰ ਸਜਾਉਣੀ ਹੈ ਤੇ ਗੋਲ ਦਸਤਾਰ ਸਜਾਉਣੀ ਹੈ। ਦਮਾਲਾ ਗੋਲ ਦਸਤਾਰ ਨੂੰ ਕਹਿੰਦੇ ਨੇ। ਟੇਢੀ ਪੱਗ ਨਹੀਂ ਕਦੀ ਵੀ ਬੰਨਣੀ। ਟੇਢੀ ਸ਼ਰਾਰਤੀ ਅਨਸਰ ਦੀ ਨਿਸ਼ਾਨੀ ਹੁੰਦੀ ਹੈ। ਬੰਦਾ ਆਪਦੇ ਲਿਬਾਸ ਤੋਂ 99% ਪਹਿਚਾਣਿਆ ਜਾਂਦਾ ਵੀ ਇਸ ਦਾ ਸੁਭਾਅ ਕੈਸਾ ਹੋਊਗਾ। ਬਾਕੀ ਜਦ ਬੋਲਦਾ, ਬਾਕੀ ਉਹਦੀ ਪਹਿਚਾਣ ਉਦੋਂ ਹੁੰਦੀ ਹੈ। ਇਸ ਵਾਸਤੇ ਟੇਢੀ ਪੱਗ ਸ਼ਰਾਰਤੀ ਮਨ ਦਾ ਸੁਭਾਅ ਪ੍ਰਗਟ ਕਰਦੀ ਹੈ। ਪੱਗ ਸਿੱਧੀ ਗੋਲ ਸਾਫ ਸੁਥਰੀ ਗੁਰਮੁਖਤਾਈ ਵਾਲੀ, ਗੁਰਸਿੱਖਾਂ ਵਾਲੀ ਹੋਣੀ ਚਾਹੀਦੀ ਹੈ। ਤੋ ਦਮਾਲੇ ਦਾ ਸ਼ਬਦ ਨਿਹੰਗ ਸਿੰਘ ਪੜ੍ਹਦੇ ਨੇ, ਮੂਲ ਮੰਤਰ ਗੁਰ ਮੰਤਰ ਦਾ ਜਾਪ ਜਪਦੇ ਹਨ।
ਇਹ ਤਾਂ ਜਿਹੜੇ ਮਨਮੁਖ ਨੇ, ਬੇਅਮਰਤੀਏ ਨਿਗੁਰੇ ਬੰਦੇ ਨੇ, ਕਿਸੇ ਵੇਲੇ ਵੀ ਗੁਰੂ ਘਰ ਨਹੀਂ ਆਉਂਦੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਗੁਰੂ ਜੀ ਨੂੰ ਨਹੀਂ ਮੰਨਦੇ, ਉਹਨਾਂ ਬਾਬਤ ਇਹ ਪੰਕਤੀਆਂ ਸਾਖਤ ਪੁਰਖਾਂ ਬਾਬਤ ਕਥਨ ਕੀਤੀਆਂ ਨੇ। ਜਿਵੇਂ ਰੂਪ ਦੇਖ ਦੇਖ ਨਾਰੀ, ਇਸਤਰੀ ਬੀਬੀ ਆਪਦਾ ਰੂਪ ਵੇਖ ਕੇ ਜ਼ਿੰਦਗੀ ਖਤਮ ਕਰ ਦਿੰਦੀ ਹੈ। ਇਸ ਵਾਸਤੇ ਉਹ ਜਿਹੜੇ ਮਨੁੱਖ ਨੇ ਉਹ ਕੇਵਲ ਆਪਣੇ ਰੂਪ ਰੰਗ ਦੇ ਪਿੱਛੇ ਹੀ ਪਏ ਹੋਏ ਹਨ, ਪ੍ਰਭੂ ਦਾ ਨਾਮ ਨਹੀਂ ਜਪਦੇ। ਇਸ਼ਨਾਨ ਕਰਕੇ ਤੇ ਤਿਆਰ ਬਰ ਤਿਆਰ ਹੋਣ ਦਾ ਤਾਂ ਲਾਭ ਹੈ ਜੀ ਜਪਜੀ ਸਾਹਿਬ ਦਾ ਪਾਠ ਕਰੀਏ ਜਾਂ ਗੁਰੂ ਘਰ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਪਾਈਏ, ਫਿਰ ਤਾਂ ਬਹੁਤ ਭਾਰੀ ਲਾਭ ਹੈ, ਸਭ ਕੁਝ ਹੀ ਸਫਲ ਹੈ। ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, तिनके तुरे जीन कुरगीर सब पवित्र है। जिन्हीं सेवक सिख साध संत चढ़ जाते, मतलब तिनका खादा पैदा माया सब पवित्र है। उन्हों का खाना पीना पहनना भोगना सब पवित्र है जो वाहिगुरु जी का नाम जपते हैं। जे प्रसाद तेरा सुंदर रूप, मूँह धोना नूं सवारना, सोने वाले कपड़े पाने, शीशा वेखना कोई माड़ी गल नहीं, पर घंटिया बदी सब कुछ इसे नूं समर्पित कर देना वो बुरी बात है। तो इस वास्ते इस गल का लॉजिक समझो। पातशाह कबीर जी फरमाउंदे ने, पाग टेढ़े चले, भाई तुसी विंगी जी पग बन के हंकार दे विच विंगे आकड़ खां होके चलदे हो, जाप दे बोधे सवारदे हो। भैणा बीबियां वो भी पिछे नहीं, कट कटैया करके उल्टे सीधे वाल कर लैंदियां हन। खिलरे वाल मरे दी निशानी है। जिस हिंदुस्तान दे विच आपां रह रहे हैं वो हिंदू संस्कृति ये गल कहती है कि जिहदा प्यो मर जाए वो जाके आपदा सिर मनाउंदा है। जिस बीबी का घर वाला मर जाए वो आपदी चुन्नी ला के सिर खिलार के ते रोंदी है। इस वास्ते सिर नंगा ते सिर मुन्निया समझ लो भी मरे दी निशानी, सोग दी निशानी है। कि आप यही चाहते भी कोई मर जाए। मैनू माफ़ करना, मैं कोई मखौल वाली बात नहीं कर रहा, पर मेरा प्रकरण गुरबाणी के मुताबिक किसा वाला सिर वाला चल पिया है। जरूरी नहीं भी पग टेढ़ी बननी हुई गलत है, सिर नंगा करना भी ते कटाने भी गल गलत है। गल तां सुंदरता से निबड़ती है कि प्रभु का नाम जिन्हें सानू रूप रंग दिता है, सोहना बड़ा शरीर दिता है, वह जपजी साहब का तो पाठ पढ़ना नहीं, सुखमनी साहब का पाठ नहीं करना, ते घंटिया मधी आपदा मूँह सवारी देना, ये गल फबदी नहीं है। बीरे खान मूँह दे विच बीड़े पा के चपड़ चपड़ मूँह मारी जाना बकरी वांग। ते साडे जिहड़े पंजाबी बंदे ने उन्हां दे विच एक घाट है कि उन्हां दे हथ वेले नहीं रह सकते। जिथे बहणगे पतीले ही तोड़ी जाणगे, आपदे कपड़िਆਂ ਨੂੰ मरोड़ी जाणगे, कुछ ना कुछ करी जाणगे। एक ऑफिस दे विच किसी ने टेबल दे उपर एक बाउल जिहा रखिया होया, बेवजह ही वो एक चीज़ ही रखी हुई। आ बच्चियां दी खेड है, मैं खुद आप खरीद के दी। ਉਹਦੇ ਵਿੱਚ ਉਹ सर्कल जिहा घूमदा है। मतलब असीं पंजाबी लोग विले नहीं रह सकते, जिहड़ा साडा हथ है वह घूमदा रहूगा, और नहीं कुछ, वो सर्कल में ही घुमाई जाओ। मैं किसी को पूछा भी ਇਹਦਾ की मतलब, कहते बस इनू घुमाई जाओ, यही गेम है। वो मैनेजर नूं पूछया भी आ टेबल ते की पिया है, कहते जिहड़ा भी कोई आउंदा वो टेबल के उपर पई कोई होर चीज़ ना छेड़े। ਉਹਦੇ खेडण वास्ते पंजाबी बंदे दे हथ विच फड़न लई ये चीज़ रखी हुई है, बॉल जी आदक भी आपदे हथां नूं बिजी रखे। जिहड़ा बिहारी बंदा यूपी आदक दा वो बोलदा बहुत ज़्यादा है,
उसका मूँह हमेशा चलता रहूगा। तो इस वास्ते जां तां कोई तम्बाकू खांदा रहूगा या बीड़ी पींदा रहूगा या होर नहीं कुछ, बबलगामी मूँह च पा के चब्बी जाऊ निआणियां वांग, ते थू थू करके कंधां कोलियां ते गलियां बाजारां नूं गंदा करेगा। इस वास्ते महाराज कहंदे भी पग भी टेढ़ी ते चलना भी गुरु घर तो रब तो बेमुख टेढ़ा, ते खानी भी बीड़े, अपने आप को अखवाउणा भी असीं बड़े पठाणा दे पट्ठे, बड़े बड़े खान बहादुर, बड़े सूरमे हाँ। आओ भगत स्यों काज न कछुए, कहे कि चलो गुरु घर सत्संगत हो रही है, प्रभु की भगती करिए, तो कहते भी जाओ जाओ, ये तो वेलियां दा काम है। प्रेमा भगती दे नाल साडा कोई भी काम नहीं है। आम लोगों का ये सुभाव, उन्हों की ये धारणा है भी जे पत्ते गौरमेंट वालों ते घर दियां वालों कट्टे जान, बुढ़े बंदे ही गुरुद्वारे जान, जे कोई बच्चा या कोई जवान गुरु घर आना शुरू कर देवे, माफ करना कोई अमृत छक ले, माँ प्यो नूं ताप चढ़ जाता, कहण वाले नहीं छड्डदे, आखे जी बाबा बन गया, इसे उम्र अज तो बथेरी उम्र पई सी, दसो कोई कहण दी बात है। एक श्री गुरु नानक देव महाराज जी दे वक्त छोटा जिहा बच्चा अमृत वेले उठ के ते महाराज की संगत दे विच गेट ते आके उन्हें खड़ जाना। जिस वक्त गुरबाणी शुरू होनी, आसा दी वार दा कीर्तन शुरू होना, अमृत वेले 2:30 बजे उठ के उन्हें उत्थे गुरुद्वारे आ वड़ना। संगतां ने पूछया महाराज ये बच्चा छोटा जिहा है ते इनू पुछो भी इन्नी वक्त इकला कित्थों आउंदा है। महाराज कहंदे गुरमुखा तेरे मन दे की ख्यालात ने, न्याणे तो 10-10 बजे तक सुते ही नहीं उठते, होवे सही ऐतवार बांधों फड़ के दबके मार के ठोना पैंदा, कई तो मेरे वर्गे 12 ही बजा देंगे, की है जी ऐतवार है छुट्टी है। तो इस वास्ते तेरा बचपन का समा है, इस समय विच तां नींद ही नहीं इंसान नूं छड्डदी, तूं इन्नी वक्त गुरुद्वारे क्यों आउंदा है। महाराज तां अंतरजामी सन, उहदे मन की अवस्था पूछी, कहन लगा हे सच्चे पातशाह मेरे मन के ख्याल ने, एक बार मेरी मां चुल्हे ते दुध रख के ते गुआंढियां दे घर किसी काम चली गई, मैनू कह गई उहदा नाम है तारू पोपट। भाई साहब भाई गुरदास साहब जी ने आपदियां वारां दे विच गुरसिखां दे नाम उन्हां दीयां साखियां लिखियां ने। श्री गुरु नानक देव महाराज जी की जिहड़ी सिखां दी भगत माला सिंह साहब ज्ञानी मणि सिंह ने वो वार दा टीका कीता है, ਉਹਦੇ ਵਿੱਚ श्री गुरु नानक देव महाराज ਦੇ ਸਿੱਖਾਂ ਦੇ ਨਾਮਾਂ ਵਿੱਚ ਤਾਰੂ ਪੋਪਟ ਨਾਮ ਦਾ ਇੱਕ ਗੁਰਸਿੱਖ ਆਉਂਦਾ ਹੈ, ਜਿਹਦੀ ਛੋਟੀ ਜੀ ਉਮਰ ਹੈ। ਭਾਈ ਮਣੀ ਸਿੰਘ ਨੇ ਸਾਖੀ ਦਰਜ ਕੀਤੀ ਹੈ, ਕਹਿਣ ਲੱਗਾ ਜੀ ਮੇਰਾ ਨਾਮ ਹੈ ਤਾਰੂ ਪੋਪਟ, ਤੇ ਮੇਰੀ ਮਾਂ ਜਦ ਮੈਨੂੰ ਕਹਿ ਗਈ ਵੀ ਕਾਕਾ ਜੀ ਅੱਗ ਨਾ ਬੁਝ ਜਾਏ, ਇਹ ਦੁੱਧ ਉੱਤੇ ਰੱਖਿਆ ਇਹਨੂੰ ਉਬਾਲਾ ਦੇਣਾ ਹੈ, ਤੇ मैं ਹੁਣੇ ਆਉਂਦੀ ਹਾਂ। ਉਹ ਵੇਖਦਿਆਂ ਵੇਖਦਿਆਂ ਹੀ ਅੱਗ ਬੁਝ ਗਈ। ਇਹ ਕੰਮ ਬੱਚਿਆਂ ਦਾ ਤਾਂ ਹੈ ਨਹੀਂ, ਨਾ ਮੇਰੇ ਵਰਗਿਆਂ ਦਾ। ਚੁੱਲ੍ਹੇ 'ਚ ਅੱਗ ਬਾਲਣੀ ਤੇ ਅੱਗ ਨੂੰ ਜਾਰੀ ਰੱਖਣਾ ਬਹੁਤ ਸਿਆਣਪ ਦਾ ਕੰਮ ਹੈ। ਅੱਜ ਕੱਲ੍ਹ ਦੇ ਤਾਂ ਨੌਜਵਾਨ ਉਹ ਤਾਂ ਰੀਣੀ ਨਹੀਂ ਲਾ ਸਕਦੇ। ਭੜੋਲੀ ਦੇ ਵਿੱਚ ਪੁਰਾਣੀਆਂ ਮਾਈਆਂ ਉਹ 12 ਵਜੇ ਹੀ ਮਾਂਹ ਦੀ ਦਾਲ ਰੱਖ ਦਿੰਦੀਆਂ, ਸ਼ਾਮੀ 5 ਵਜੇ ਤੱਕ ਉਹ ਬਣਦੀ। ਇੱਕੋ ਵਾਰੀ ਸਭ ਕੁਛ ਉਹ 'ਚ ਰੱਖ ਕੇ ਗੋਹੇ ਗਾਏ 'ਚ ਇਹੋ ਜਿਹੀ ਅੱਗ ਬਾਲਦੀਆਂ ਵੀ ਉਹ ਤਾਲ ਰਿੱਝ ਰਿੱਝ ਕੇ ਅੰਮ੍ਰਿਤ ਰੂਹ ਬਣ ਜਾਂਦੀ।
ਹੁਣ ਸਾਨੂੰ ਕੀ ਪਤਾ ਵੀ ਉਹ ਕਿਵੇਂ ਅੱਗ ਬਾਲਣੀ ਹੈ। ਮਾਰ ਮਾਰ ਫੂਕਾਂ, ਅੱਗ ਬੁਝ ਗਈ। ਉਹਦਾ ਸਿਰ ਬੌਂਦਲ ਗਿਆ, ਕਮਲਾ ਹੋ ਗਿਆ। ਨਾ ਅੱਗ ਬਲੇ ਨਾ ਖੜਾ ਛੁੱਟੇ, ਮੂੰਹ ਸਿਰ ਸਵਾਹ ਨਾਲ ਲਿਬੜ ਗਿਆ। ਤੇ ਉਹ ਮਾਂ ਆਈ, ਕਹਿਣ ਲੱਗੀ ਮੈਂ ਤੈਨੂੰ ਆਖਿਆ ਸੀ ਵੀ ਅੱਗ ਬੁਝਣ ਨਹੀਂ ਦੇਣੀ, ਤੇ ਤੂੰ ਕੀ ਕਰ ਰਿਹਾ? ਕਹਿੰਦਾ ਹੁਣ ਬੁਝ ਗਈ ਜੀ, ਬਲ ਨਹੀਂ ਰਹੀ। ਕਹਿੰਦੀ ਜਾ ਪਛਾਂ ਹੋ, ਮੈਂ ਤੈਨੂੰ ਦੱਸਦੀ ਹਾਂ। ਉਹਨੇ ਮਾਰਿਆ ਚਮਟਾ ਸਵਾਹ ਸੂਹ ਮਗਰ ਕਰਕੇ, ਥੋੜਾ ਜਿਹਾ ਧੁਖਦਾ ਗੋਹਾ ਅੱਗੇ ਕਰਕੇ, ਤੇ ਲੱਕੜਾਂ ਜਿੰਨੀਆਂ ਛੋਟੀਆਂ ਸਨ ਸ਼ਮਟੀਆਂ ਜੀਆਂ, ਉਹਨੂੰ ਲਾ ਕੇ ਗੋਡਾ ਭੰਨ ਤੋੜ ਕੇ ਕਹਿੰਦੀ ਆ ਵੇਖ, ਤੂੰ ਮੋਟੀਆਂ ਮੋਟੀਆਂ ਲੱਕੜਾਂ ਅੱਗੇ ਤਸੋੜੀ ਜਾਂਦਾ ਹੈ। ਉਹ ਸਵਾਹ ਵੀ ਪਛਾਣ ਨਹੀਂ ਕੀਤੀ, ਅੱਗੇ ਦੀ ਅੱਗੇ ਚੁੱਲ੍ਹਾ ਭਰਿਆ ਹੋਇਆ ਹੈ। ਮੋਟੀਆਂ ਲੱਕੜਾਂ ਨੂੰ ਕਾਕਾ ਜੀ ਅੱਗ ਬਾਅਦ ਵਿੱਚ ਲੱਗਦੀ ਆ, ਪਹਿਲਾਂ ਵੇਖ ਛੋਟੀਆਂ ਲੱਕੜਾਂ ਪਾਉਣੀਆਂ ਪੈਂਦੀਆਂ। ਤੇ ਉਹਨੇ ਕੋਈ ਫੂਕ ਮਾਰੀ, ਫੂਕ ਨਹੀਂ ਰਹੀ, ਝਾਟੋ ਸ਼ਮੜੀਆਂ ਜੀ ਨੂੰ ਅੱਗ ਲੱਗ ਗਈ, ਨਾਲੇ ਮੋਟੀਆਂ ਲੱਕੜਾਂ ਵੀ ਬਲ ਗਈਆਂ। ਕਹਿੰਦੀ ਆ ਵੇਖ, ਵੱਡੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਪਕੜਦੀ ਆ। ਕਹਿੰਦਾ ਓਹੋ, ਗੱਲ ਤਾਂ ਤੇਰੀ ਸਹੀ ਆ, ਤੇ ਮੈਂ ਭੁੱਲਿਆ ਰਿਹਾ। ਜੈਸੇ ਕਿਰਸਾਨ ਹੋਵੇ ਕਿਰਸਾਨੀ, ਜਿਸ ਤਰ੍ਹਾਂ ਜਿਹੜਾ ਜ਼ਮੀਨਦਾਰ ਹੈ ਉਹ ਆਪਦੀ ਜ਼ਮੀਨ ਦੇ ਵਿੱਚ ਖੇਤੀ ਪਾਉਂਦਾ ਹੈ। ਪਾਕੀ ਬਾੜ ਪੁਰਾਨੀ, ਜ਼ਮੀਨਦਾਰ ਦੀ ਮਰਜ਼ੀ ਹੈ ਕਿ ਉਹ ਕੱਚੀ ਚਰੀ ਪੱਠਿਆਂ ਦੇ ਰੂਪ ਦੇ ਵਿੱਚ ਵੱਢ ਕੇ ਡੰਗਰਾਂ ਨੂੰ ਪਾ ਕੇ ਉਹਨਾਂ ਤੋਂ ਦੁੱਧ ਪ੍ਰਾਪਤ ਕਰ ਲਵੇ। ਉਹਦੀ ਮਰਜ਼ੀ ਆ, ਉਹਦੀਆਂ ਛੱਲੀਆਂ ਪਕਾ ਲਵੇ, ਇਹ ਤਾਂ ਉਹਦੀ ਮਰਜ਼ੀ ਆ। ਭਾਵੇਂ ਚਰੀ ਵੱਢ ਕੇ ਪਸ਼ੂਆਂ ਨੂੰ ਚਾਰ ਦੇ, ਤੇ ਭਾਵੇਂ ਛੱਲੀਆਂ ਬਣਾ ਕੇ ਉਹਦੇ ਦਾਣੇ ਲੈ ਲਵੇ। ਇਉਂ ਰੱਬ ਦੀ ਖੇਤੀ ਹੈ। ਭਾਵੇਂ ਬੁੱਢੇ ਨੂੰ ਵੀ ਨਾ ਪੁੱਛੇ, 100 ਸਾਲ ਦੇ ਵਿਚਾਰੇ ਤਰਲੇ ਮਾਰਨ, ਬਿਮਾਰੀ ਦੀ ਹਾਲਤ ਵਿੱਚ ਸਾਡੀ ਜਾਨ ਰੱਬ ਲੈ ਲੈ। ਕਹਿੰਦੇ ਸਾਡੀ ਉੱਥੇ ਵੀ ਨਹੀਂ ਲੋੜ, ਜੇ ਇੱਥੇ ਨਹੀਂ ਕੋਈ ਪੁੱਛਦਾ। ਤੇ ਭਾਵੇਂ ਬੱਚੇ ਨੂੰ ਹੀ ਲੈ ਜਾਏ, ਤਾਂ ਉਹਦੀ ਆਪਦੀ ਮਰਜ਼ੀ ਹੈ ਨਾ। ਕਿਸੇ ਕੋਲ ਕੀ ਐਫੀਡੇਵਿਟ, ਕੀ ਗਰੰਟੀ, ਕੋਈ ਸਰਟੀਫਿਕੇਟ ਹੈ ਐਗਰੀਮੈਂਟ ਦਾ ਪਰਮਾਤਮਾ ਵੱਲੋਂ ਲਿਖ ਕੇ ਦਿੱਤਾ ਹੋਇਆ ਵੀ ਤੁਸੀਂ 80 ਸਾਲ ਤੋਂ ਬਾਅਦ ਹੀ ਮੇਰੇ ਕੋਲ ਆਉਣਾ ਹੈ? ਕੋਈ ਮਹਾਰਾਜ ਨੇ ਐਗਰੀਮੈਂਟ ਨਹੀਂ ਦਿੱਤਾ। ਜਿਹਦਾ ਜਨਮ ਦਿੱਤਾ ਉਹਦੇ ਮੱਥੇ ਤੇ ਉਹਦੇ ਮਰਨ ਦਾ ਲੇਖ ਲਿਖ ਦਿੱਤਾ ਹੈ। ਜੋ ਜਨਮ ਹੈ ਸੋ ਜਾਨੋ ਮੂਆ, ਮਰਨ ਲਿਖਾਏ ਮੰਡਲ ਮੈਂ ਆਇਆ। ਯਾਰ ਕਿਸੇ ਨੂੰ ਵੀ ਨਹੀਂ ਪਤਾ, ਜਿੰਨਾ ਮਰਜੀ ਕੋਈ ਝੂਠ ਬੋਲੇ। ਰਾਮ ਰਾਏ ਜੀ ਕਿੰਨੇ ਸੱਚੇ ਸੁੱਚੇ ਗੁਰਮੁਖ ਬ੍ਰਹਮ ਗਿਆਨੀ ਮਹਾਂਪੁਰਖ ਸਤਿਗੁਰੂ ਹਰਿ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਹੋਏ, ਜਿਨ੍ਹਾਂ ਔਰੰਗਜ਼ੇਬ ਦੀ ਨੱਕ 'ਚ ਨੱਥ ਪਾ ਕੇ ਰੱਖੀ, ਜਿਸ ਔਰੰਗਜ਼ੇਬ ਨੇ ਨਵੇਂ ਪਾਤਸ਼ਾਹ ਜੀ ਦਾ ਸੀਸ ਬਲੀਦਾਨ ਲਿਆ, ਔਰ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਉਮਰ ਟਿਕੇ ਨਹੀਂ ਬਹਿਣ ਦਿੱਤਾ। ਇਹੋ ਜਿਹੇ ਜ਼ਾਲਮ ਬਾਦਸ਼ਾਹ ਨੂੰ ਆਪਦੇ ਕਾਬੂ 'ਚ ਰੱਖਿਆ। ਰਾਮ ਰਾਏ ਕਿੱਡਾ ਚੁਸਤ ਫੁਰਤ ਤੇ ਚਲਾਕ, ਤੇ ਕਿੱਡਾ ਉਹ ਸਿਆਣਾ ਬੰਦਾ ਹੋਊਗਾ ਜਿਨੇ ਗੁਰਦੁਆਰੇ ਤੱਕ ਉਹਨੂੰ ਨਿਗਾਹ ਨਹੀਂ ਕਰਨ ਦਿੱਤੀ, ਆਪਦੀ ਸਿਆਣਪ ਨਾਲ ਉਹਨੂੰ ਸਾਂਭ ਕੇ ਰੱਖਿਆ। ਗੁਰੂ ਜੀ ਨੇ ਹੀ ਸ਼ਕਤੀਆਂ ਦਿੱਤੀਆਂ, ਔਰ ਸਾਰੀਆਂ ਦੀਆਂ ਗੱਲਾਂ ਉਹ ਦੱਸਦਾ ਸੀ। 72 ਕਰਾਮਾਤਾਂ ਪਤਾ ਨਹੀਂ ਉਹਨੂੰ ਦਿਖਾਈਆਂ ਔਰੰਗਜ਼ੇਬ ਨੂੰ, ਪਰ ਆਪਦੀ ਮੌਤ ਦਾ ਉਹਨੂੰ ਵੀ ਨਹੀਂ ਪਤਾ ਲੱਗਾ। ਆ ਜਿੰਨੇ ਹੱਥ ਉੱਤੇ ਵੇਖਣ ਵਾਲੇ ਜੋਸ਼ੀ ਜਾਸੀ, ਜਿੰਨੇ ਤਾਂਤਰਿਕ ਬਾਬੇ ਨੇ, ਜਿੱਥੋਂ ਤੱਕ ਮੈਂ ਇਹਨਾਂ ਲੋਕਾਂ ਦੇ ਨਾਲ ਮਿਲਿਆ, ਮੈਂ ਤਾਂ ਸਿੱਧਾ ਹੀ ਕਹਿ ਦਿੰਦਾ ਵੀ ਦੂਜੇ ਬੰਦੇ ਨੂੰ ਤੁਸੀਂ ਕੀ ਦੱਸੋਗੇ? ਆਪਦੀ ਮੌਤ ਦਾ ਹੀ ਨਹੀਂ ਪਤਾ ਇਨਸਾਨ ਨੂੰ। ਕਿਸੇ ਨੂੰ ਹੈ ਪਤਾ? ਬਿਲਕੁਲ ਨਹੀਂ। ਜੇ ਪਤਾ ਹੁੰਦਾ ਤਾਂ ਰਾਮ ਰਾਏ ਨਾਲ ਇਹੋ ਜਿਹਾ ਭਾਣਾ ਕਿਉਂ ਵਾਪਰਦਾ? ਏਡੇ ਗੁਰਮੁਖ ਏਡੇ ਸਿਆਣੇ ਸੀ, ਤੇ ਅਸੀਂ ਤਾਂ ਕਿਹੜੇ ਬਾਗ ਦੀ ਮੂਲੀਆਂ ਭਲਾ। ਕਿਸੇ ਜੋਸ਼ੀ, ਕਿਸੇ ਫਕੀਰ, ਕਿਸੇ ਨੂੰ ਆਪਦੀ ਮੌਤ ਦਾ ਨਹੀਂ ਪਤਾ। ਹਾਂ, ਪਰਮਾਤਮਾ ਦੀ ਮਰਜ਼ੀ ਹੈ। ਉਹ 5 ਮਿੰਟ 10 ਮਿੰਟ ਪਹਿਲਾਂ ਉਹਦੀ ਆਪਦੀ ਮਰਜ਼ੀ ਨਾਲ ਭਾਵੇਂ ਉਹ ਗਿਆਨ ਕਰਾ ਦੇਵੇ, ਕਈ ਦੱਸ ਦਿੰਦੇ ਨੇ, ਪਰ ਆਪਦੇ ਹੱਥ ਵਸ ਕੁਛ ਨਹੀਂ ਹੈ। ਦੱਸਣਗੇ ਸਹੀ, ਮਰਦਾਨੇ ਨੇ ਵੀ ਦੱਸਿਆ ਸੀਗਾ, ਪਰ ਜਾਣਾ ਤਾਂ ਪਊਗਾ। ਇਸ ਲਈ ਇਹ ਮਹਾਰਾਜ ਰੂਪੋਵਟ ਬੇਨਤੀ ਕਰਨ ਲੱਗਾ ਜੀ, ਮੇਰੇ ਮਨ ਦੀ ਇਹ ਅਵਸਥਾ ਬਣ ਗਈ ਕਿ ਕੀ ਪਤਾ ਮੈਨੂੰ ਪਰਮਾਤਮਾ ਹੁਣੇ ਹੀ ਨਾ ਬੁਲਾ ਲਵੇ, ਮੈਂ ਬਜ਼ੁਰਗ ਹੋਵਾਂ ਹੀ ਨਾ। ਤੋ ਬਚਪਨ ਦੇ ਵਿੱਚ ਹੀ ਮੈਂ ਆਪ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ, ਗੁਰਸਿੱਖੀ ਧਾਰਨ ਕੀਤੀ ਹੈ, ਗੁਰਬਾਣੀ 'ਚ ਮੇਰਾ ਚਿੱਤ ਜੁੜ ਗਿਆ। ਬਹਿਣਾ ਗੁਰੂ ਘਰ ਖਲੋਣਾ ਕਿਹੜਾ ਸੌਖਾ ਹੈ। ਅੰਮ੍ਰਿਤ ਵੇਲੇ ਫਿਰ ਆਪ ਦੀ ਨੀਂਦ ਛੱਡਣੀ, ਇਸ ਵਾਸਤੇ ਇਹ ਆਪ ਨੇ ਮੈਨੂੰ ਸੋਝੀ ਦਿੱਤੀ, ਆਪ ਦੀ ਮੇਰੇ ਤੇ ਕਿਰਪਾ ਹੋਈ ਹੈ। ਸੋ ਮਹਾਰਾਜ ਕਹਿੰਦੇ ਨੇ
ਕਿ ਕਬੀਰ ਸਾਹਿਬ ਦੀ ਰਸਨਾ ਤੋਂ, ਜਿਹੜਾ ਕਹਿੰਦਾ ਕਿ ਪ੍ਰੇਮਾ ਭਗਤੀ ਨਾਲ ਮੇਰਾ ਕੰਮ ਹੀ ਕੋਈ ਨਹੀਂ, ਮੇਰਾ ਤਾਂ ਜਿਹੜਾ ਕੰਮ ਹੈ ਉਹ ਝੂਠ ਬੋਲਣਾ ਹੈ। ਜੋ ਕਾਮ ਦੀਵਾਨ, ਸਾਡਾ ਤਾਂ ਕੰਮ ਕਚਹਿਰੀ ਲਾਉਣ ਦਾ, ਹਕੂਮਤ ਕਰਨ ਦਾ ਹੈ। ਇਹ ਕੰਮ ਤਾਂ ਦੀਵਾਨਿਆਂ ਮਸਤਾਨੀਆਂ ਦਾ ਹੈ। ਗੁਰਦੁਆਰੇ ਵਾਲਿਆਂ ਨੂੰ ਜਿਹੜਾ ਚੋਲਾ ਪਾ ਰਹੇ ਉਹਨੂੰ ਸਮਝਦੇ ਵੀ ਪਤਾ ਨਹੀਂ ਇਹ ਕਮਲਾ ਹੀ ਹੈ। ਮੈਨੂੰ ਕਈਆਂ ਨੇ ਕਮੈਂਟ ਕੀਤਾ ਵੀ ਬਾਬਾ ਜੀ ਸੁੱਖਾ ਤਾਂ ਨਹੀਂ ਪੀਤਾ ਹੋਇਆ। ਸਾਡਾ ਸੁਭਾਅ ਕੀ ਹੈ, ਜੇ ਨੀਂਦ ਆਈ ਹੈ ਤਾਂ ਅੱਖਾਂ ਬੰਦ ਕਰਕੇ ਢੋਲ ਆ ਕੇ 2 ਮਿੰਟ ਝਪਕੀ ਲੈ ਲਓ। ਇਹ ਥੋੜ੍ਹਾ ਵੀ ਸੜੀ ਜਿਹੀ ਚਾਹ ਹੀ ਢਿੱਡ ਨੂੰ ਫੂਕੀ ਜਾਓ। ਨੀਂਦ ਆਈ ਹੈ ਲਿਆਓ ਜੀ ਪਿਆਲਾ, ਢਿੱਡ ਫੂਕ ਲਓ, 2 ਮਿੰਟ ਸੌਂ ਜਾਓ, ਨਾਲੇ ਸਰੀਰ ਦਾ ਆਰਾਮ ਹੋਊਗਾ। ਤੋ ਜੇ ਨੀਂਦਰ ਨਹੀਂ ਆਉਂਦੀ ਇਹਨੇ ਵੀ ਫੜ ਕੇ ਸ਼ਰਾਬ ਪੀ ਲਓ ਜਾਂ ਸੁੱਖਾ ਹੀ ਚਾੜ ਲਓ, ਨੀਂਦ ਸੌਖੀ ਆ ਜਾਏ। ਗੁਟਕਾ ਸਾਹਿਬ ਫੜੋ, ਸੁਖਮਨੀ ਸਾਹਿਬ ਦਾ ਪਾਠ ਕਰੋ, ਹੱਡ ਭੰਨ ਕੇ ਮਿਹਨਤ ਕਰੋ, ਲੰਗਰ ਦੇ ਵਿੱਚ ਕਿਤੇ ਸੇਵਾ ਕਰੋ। ਆਪਣੇ ਆਪ ਬੰਦਾ ਥੱਕ ਕੇ ਸੌਂਗਾ, ਨੀਂਦ ਆਊਗੀ। ਆਪ ਦਾ ਨਹਾਵੋ ਧੋਵੋ, ਗੁਰੂ ਘਰ ਆ ਕੇ ਹਾਜ਼ਰੀ ਭਰੋ, ਥੱਕ ਕੇ ਆਪੇ ਹੀ ਨੀਂਦਰ ਆ ਜਾਊਗੀ। ਨਸ਼ਿਆਂ ਦਾ ਆਸਰਾ ਤਾਂ ਨਹੀਂ ਲੈਣਾ ਚਾਹੀਦਾ। ਪਰ ਜਿਹੜੇ ਆਮ ਲੋਕ ਨੇ ਉਹ ਗੁਰਦੁਆਰੇ ਵਾਲਿਆਂ ਨੂੰ ਸਮਝਦੇ ਵੀ ਇਹ ਤਾਂ ਸੁੱਖਾ ਪੀਣੇ, ਕਮਲੇ ਤੇ ਮਸਤਾਨੇ ਹੀ ਬੰਦੇ ਨੇ, ਅਰੇ ਭੁੱਖੇ ਨੰਗੇ ਹਨ। ਕਿਉਂਕਿ ਗੁਰੂ ਘਰ ਦੇ ਵਿੱਚ ਆਉਣ ਵਾਲਿਆਂ ਨੂੰ ਇਸ ਤਰ੍ਹਾਂ ਹੀ ਸਮਝਿਆ ਜਾਂਦਾ ਹੈ। ਸਾਡਾ ਕੰਮ ਕੀ ਆ? ਸਾਡਾ ਕੰਮ ਹੈ ਕੋਰਟ ਕਚਹਿਰੀਆਂ 'ਚ ਜਾ ਕੇ ਇੱਕ ਸਿਗਨੇਚਰ ਕਰੋ, ਘੱਟ ਤੋਂ ਘੱਟ 500 ਰੁਪਈਆ। ਨਹੀਂ ਤਾਂ ਅੱਜ ਕੱਲ੍ਹ ਰਜਿਸਟਰੀਆਂ ਕਰੋੜਾਂ ਦੀਆਂ ਨੇ। ਸਾਡੀ ਫੀਸ ਵੀ ਦਿਓ, 50,000 ਰੁਪਈਆ ਸਾਡੀ ਫੀਸ ਹੈ ਪਟਵਾਰੀ ਦੀ। ਕਿਉਂਕਿ 50 ਲੱਖ ਰੁਪਈਆ ਦੇ ਕੇ ਤਾਂ ਆਪਾਂ ਪਟਵਾਰੀ ਲੱਗੇ ਹਾਂ, ਕਰੋੜ ਰੁਪਈਆ ਦੇ ਕੇ ਤਹਿਸੀਲਦਾਰ ਲੱਗੇ ਹਾਂ। ਤਾਂ ਇਸ ਵਾਸਤੇ ਲੱਖ ਰੁਪਈਆ ਤਹਿਸੀਲਦਾਰ ਨੂੰ ਚਾੜੋ, 50,000 ਪਟਵਾਰੀ ਦਾ। ਰਜਿਸਟਰੀ ਤੋਂ ਕਰੋੜਾਂ ਦੀ ਆ। ਇੱਕ ਸਿਗਨੇਚਰ ਕਰਨ ਦੇ ਇੰਨੇ ਪੈਸੇ ਨੇ। ਤੇ ਗੁਰਦੁਆਰੇ ਕੀ ਮਿਲਣਾ? ਬੈਠੇ ਰਹੋ ਚੁੱਪ ਕਰਕੇ ਢੋਲ ਆ ਕੇ। ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ, ਅਸੀਂ ਤਾਂ ਕੰਮ ਵਾਲੇ ਹਾਂ। ਇੱਕ ਇੱਕ ਦਿਨ ਦੇ ਪਤਾ ਨਹੀਂ ਕਿੰਨੇ ਕਿੰਨੇ ਸੈਣ, ਕੋਈ ਆ ਹੋਏ ਫਲਾਣੀਆਂ ਹੋਏ, ਇੱਧਰ ਆ ਹੋਏ ਉੱਧਰ ਆ ਹੋਏ। ਕੰਮ ਹੀ ਪੈਸੇ ਦਾ ਹੈ। ਲੋਕ ਬੋਲਣ ਲੱਗਿਆਂ ਵੀ ਪੈਸੇ ਮੰਗਦੇ ਨੇ, ਕਿਤੇ ਖਲੋਣਾ ਹੋਵੇ ਤਾਂ ਵੀ ਪੈਸੇ ਮੰਗਦੇ ਨੇ। ਕੋਈ ਗਵਾਹੀ ਦੇਣੀ ਹੈ, ਕੁਛ ਵੀ ਨਾਲ ਜਾਣਾ, ਇੱਕ ਦਿਹਾੜੀ ਦਿਓ। ਇਸ ਵਾਸਤੇ ਸਾਡਾ ਕੰਮ ਤਾਂ ਇਹ ਝੂਠ ਸੱਚ ਬੋਲ ਕੇ ਤੇ ਫੈਸਲੇ ਕਰਾਉਣਾ, ਕੋਰਟ ਕਚਹਿਰੀਆਂ 'ਚ ਗਵਾਹੀਆਂ ਦੇਣੀਆਂ, ਇਹ ਸਾਡਾ ਕੰਮ ਹੈ। ਪ੍ਰੇਮਾ ਭਗਤੀ ਨਾਲ ਸਾਡਾ ਕੀ ਕੰਮ ਹੈ? ਟੇਢੀ ਭਾਗ, ਟੇਢੀ ਹੀ ਪੱਗ ਬੰਨ੍ਹ ਕੇ ਟੇਢੇ ਹੀ ਚੱਲੇ ਤੇ ਬੀੜੇ ਬੂੜੇ ਖਾਂਦਿਆਂ ਹੋਇਆਂ ਤੇ ਆਪਦੇ ਆਪ ਨੂੰ ਬਹਾਦਰ ਤੇ ਸਰਦਾਰ ਖਵਾਇਆ। ਜੇ ਕੋਈ ਕਹੇ ਕਿ ਸੰਗਤ ਕਰੋ ਤਾਂ ਪ੍ਰੇਮਾ ਭਗਤੀ ਨਾਲ ਕਹਿੰਦੇ ਭਾਓ ਭਗਤ ਸਿਉ ਕਾਜ ਨਾ ਕਛੁ ਹੈ। ਮੇਰੋ ਕਾਮ ਦੀਵਾਨ, ਮੇਰਾ ਕੰਮ ਕੋਰਟ ਕਚਹਿਰੀਆਂ ਵਾਲਾ ਹੈ। ਰਾਮ ਵਿਸਾਰਿਓ ਹੈ ਅਭਿਮਾਨ, ਇਹ ਭਾਈ ਤੂੰ ਹੰਕਾਰ ਕਰਕੇ ਰਮੰਤੀ ਸਾ ਰਾਮਾ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ। ਕਨਕ ਕਾਮਨੀ ਮਹਾ ਸੁੰਦਰੀ, ਕਨਕ ਸੋਹਣੀ ਤੇ ਮਹਾ ਬਹੁਤ ਸੋਹਣੀ ਇਸਤਰੀ। ਪੇਖ ਪੇਖ ਸੱਚ ਮਾਨ, ਅਤੇ ਪਦਾਰਥਾਂ ਨੂੰ ਵੇਖ ਵੇਖ ਕੇ ਸੱਚੇ ਮੰਨੀ ਬੈਠਾ ਹੈ ਕਿ ਸਦਾ ਮੇਰੇ ਨਾਲ ਹੀ ਰਹਿਣਗੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਲਾਲਚ ਝੂਠ ਵਿਕਾਰ ਮਹਾਮਦ, ਇਹ ਭਾਈ ਤੂੰ ਪਦਾਰਥ ਖਾਣ ਦੇ ਲੋਭ ਲਾਲਚ ਝੂਠ ਮਿਥਿਆ ਬੋਲਣ ਤੇ ਵਿਕਾਰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਭੋਗਣ ਅਤੇ ਮਹਾ ਅਤਿਅੰਤ ਮਦ ਸ਼ਰਾਬ ਦੇ ਨਸ਼ੇ ਵਿੱਚ ਗਲਤਾਨ ਰਹਿਣ ਕਰਕੇ ਇਹ ਬਿਦ ਔਦ ਬਿਹਾਨ, ਇਸ ਪ੍ਰਕਾਰ ਹੀ ਸਾਰੀ ਉਮਰ ਵਿਅਰਥ ਬਤੀਤ ਕਰ ਲਈ ਹੈ। ਕਬੀਰ ਅੰਤ ਕੀ ਬੇਰ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਅਖੀਰ ਦੀ ਵਾਰੀ ਆ ਜਾਂਦੀ ਹੈ, ਆਏ ਲਾਗੋ ਕਾਲ ਨਿਦਾਨ, ਤਾਂ
ਕਰਨ ਵਾਲਾ ਆ ਕੇ ਕਾਲ ਜਿਹੜਾ ਹੈ ਲੱਗ ਜਾਂਦਾ ਹੈ, ਜਾਂ ਇਹ ਨਿਦਾਨ ਮੂਰਖ ਜੀਵ ਅੰਤ ਦੇ ਵੇਲੇ ਕਾਲ ਆ ਕੇ ਤੈਨੂੰ ਚੰਬੜ ਜਾਵੇਗਾ। ਹਰ ਜੀਉ ਕਾਲ ਸਦਾ ਸਿਰ ਉੱਪਰ ਠਾਡੇ, ਜਨਮ ਜਨਮ ਵਹਿਰਾਏ। 4 ਦਿਨ ਆਪਣੀ ਨੌਬਤ ਚਲੇ ਬਜਾਏ। ਇਹ ਭਾਈ ਸੰਸਾਰ ਵਿੱਚ ਜੀਵ 4 ਕੁ ਦਿਨ ਆਪਦੀ ਹਕੂਮਤ ਦੇ ਨਗਾਰੇ ਵਜਾ ਕੇ ਤੁਰ ਗਏ ਹਨ, ਤੁਰ ਜਾਂਦੇ ਹਨ। ਇਤਨਕ ਖਟਿਆ ਗਠੀਆ ਮਟੀਆ। जीव अपने चित्त अंदर विचारता है कि मेरे पास इतनी को खटिया कमाई खट्टी है, इतनी को गठिया गंढ विच पा पल्ले है, ते इतनी को मटिया मिट्टी विच दबी हुई है। इसे प्रकार ਇਤਨਕ ਖਟਿਆ ਗਠੀਆ ਮਟੀਆ। ਖਾਟ ਨਾਮ ਹੈ ਮੰਜੇ ਦਾ। ਯੂਪੀ ਦੇ ਵਿੱਚ ਮੰਜੇ ਨੂੰ ਖਾਟ ਕਹਿੰਦੇ ਨੇ। ਇਤਨੀ ਕੋ ਖਟੀਆ ਮੰਜੇ ਨੇ ਤੇ ਇਤਨੇ ਕੁ ਮੰਜੇ ਨੇ, ਇਤਨੀਆਂ ਕੋ ਕੱਪੜਿਆਂ ਦੀਆਂ ਗਾਠ ਗੰਢਾਂ ਨੇ ਗਠੀਆ, ਅਤੇ ਇਤਨੀ ਕੋ ਮਟੀਆ ਮਿੱਟੀ ਭਾਵ ਜ਼ਮੀਨ ਜਾਇਦਾਦ ਹੈ ਜਾਂ ਮਟੀ। ਆ ਜਿਹੜੀਆਂ ਮਟੀਆਂ ਹੁੰਦੀਆਂ, ਮਟੀ ਦਾ ਮਤਲਬ ਮਕਾਨ ਆਪਦਾ ਘਰ-ਬਾਰ ਹੈ। ਸੰਗ ਨਾ ਕਛ ਲੈ ਜਾਏ। ਪਰ ਪਰਲੋਕ ਦੇ ਵਿੱਚ ਇਹਨਾਂ ਵਿੱਚੋਂ ਕੁਝ ਵੀ ਨਾਲ ਲੈ ਕੇ ਨਹੀਂ ਜਾਂਦਾ, ਸਭ ਇੱਥੇ ਹੀ ਰਹਿ ਜਾਂਦਾ ਹੈ। ਮਰਨ ਤੋਂ ਬਾਅਦ ਨਾ ਤਾਂ ਗੰਢ ਪੁਟਲੀ ਨਾਲ ਜਾਂਦੀ, ਨਾ ਇਹ ਕੋਠੀਆਂ ਮਟੀਆਂ ਕਿਲੇ। ਝਾਂਸੀ ਦੀ ਰਾਣੀ ਦਾ ਕਿਲਾ ਤੇ ਗਵਾਲੀਅਰ ਦਾ ਕਿਲਾ ਤੇ ਆਗਰੇ ਦਾ ਸਭ ਇੱਥੇ ਹੀ ਪਏ ਨੇ। ਲਾਲ ਕਿਲੇ 'ਚ ਵੀ ਕਬੂਤਰੀ ਬੋਲਦੇ ਨੇ, ਕੁਝ ਹੈ ਤਾਂ ਨਹੀਂ, ਸਭ ਕੁਝ ਇੱਥੇ ਹੀ ਲੋਕ ਛੱਡ ਜਾਂਦੇ ਨੇ। ਹਾਂਗਕਾਂਗ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਬਿਲਡਿੰਗ ਹੈ ਸਮੁੰਦਰ ਦੇ ਕਿਨਾਰੇ ਤੇ। ਉਹਦੀ ਜਿਹੜੀ ਰੂਪ ਰੇਖਾ, ਉਹਦਾ ਜਿਹੜਾ ਨਕਸ਼ਾ ਹੈ ਸ਼ਿਪ ਦੀ ਤਰ੍ਹਾਂ ਹੈ, ਸ਼ੀਸ਼ਿਆਂ ਵਾਲੀ ਹੈ। ਉਹ ਗਵਰਨਰ ਹਾਊਸ ਹੈ, ਕਮਰਸ਼ੀਅਲ ਉਹ ਜਗ੍ਹਾ ਹੈ। ਕਹਿੰਦੇ ਕਿ ਗੋਰਿਆਂ ਨੇ 100 ਸਾਲ ਦੇ ਕਰੀਬ ਲਗਭਗ ਹਾਂਗਕਾਂਗ ਤੇ ਰਾਜ ਕੀਤਾ। ਕਾਫੀ ਚਿਰ ਹੋ ਗਿਆ ਲੀਜ਼ ਤੇ ਲਏ ਨੂੰ, ਜਦ ਮੁੜ ਕੇ ਜਾਣਾ ਪਿਆ, ਛੱਡਣਾ ਪਿਆ ਤੇ ਜਾਂਦੀ ਬਾਕੀ। ਉਹ ਆਪਦੀ ਯਾਦਗਾਰ ਬਿਲਡਿੰਗ ਬਣਾ ਕੇ ਗਏ। ਗਵਰਨਰ ਹਾਊਸ ਸੀਗਾ ਉਦੋਂ ਵੀ, ਤਾਂ ਉਹਨਾਂ ਦੀ ਯਾਦਗਾਰ ਹੈ। ਮਤਲਬ ਇਨਸਾਨ ਦਾ ਕੁਛ ਵੀ ਛੱਡਣ ਨੂੰ ਜੀ ਨਹੀਂ ਕਰਦਾ, ਪਰ ਛੱਡ ਕੇ ਤਾਂ ਜਾਣਾ ਹੀ ਪੈਂਦਾ। ਸਭ ਕੁਝ ਇੱਥੇ ਰਹਿ ਜਾਂਦਾ। ਮਾਤੇ ਮਤੰਗ ਜਰੇ ਜਰ ਸੰਗ, अनूप उतंग सुरंग सुवारे, कोट कुतरंग कुरंग से कूदत, पौन के गौन गो जात निवारे, पारी भुजानगे भूप पली बिद, न्याबत शीस न जात बिचारे, एते भये तो कहाँ पए भूपत, अंत को नांगे ही पाए पधारे। जद पाकिस्तान बनिया ते इंडिया वखरा होया, ਉਦੋਂ ਮਹਾਰਾਜ ਨੇ ਪ੍ਰਤੱਖ ਸਭਨਾਂ ਨੂੰ ਦਿਖਾਇਆ। ਕਈ ਬਜ਼ੁਰਗ ਅਜੇ ਵੀ ਜਿਉਂਦੇ ਨੇ। ਉਹ ਕਹਿੰਦੇ ਮੈਂ ਯਾਤਰਾ ਤੇ ਜਾ ਕੇ ਅੱਜ ਵੀ ਆਪਦੇ ਮਕਾਨ ਦੇਖ ਕੇ ਆਇਆ। ਬੜੀ ਸੋਹਣੀ ਚਿੱਤਰਕਾਰੀ ਪੁਰਾਣੀ ਕੀਤੀ ਹੋਈ, ਬਹੁਤ ਸੋਹਣੇ ਮਕਾਨ ਬਣੇ ਹੋਏ, ਤੇ ਵੇਖ ਕੇ ਰੋਣ ਆਉਂਦਾ ਵੀ ਉਹਨਾਂ ਨੂੰ ਹੀ ਛੱਡ ਕੇ ਇੱਥੇ ਆਉਣਾ ਪਿਆ। ਇਸ ਵਾਸਤੇ ਮਰਿਆਂ ਤੋਂ ਬਾਅਦ ਤਾਂ ਬੜਾ ਕਿਸੇ ਨੇ ਲਿਜਾਣਾ ਸਭ ਕੁਛ। ਇਹਨਾਂ ਦੇ ਵਿੱਚੋਂ ਕੁਛ ਵੀ ਆਪਣੇ ਨਾਲ ਨਹੀਂ ਇਨਸਾਨ ਲਿਜਾ ਸਕਦਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਦੇਹਰੀ ਬੈਠੀ ਮਿਹਰੀ ਰੋਵੈ। ਪੁਰਾਣਾ ਸਮਾਂ ਸੀਗਾ, ਕਿਸੇ ਦੇ ਸਕੇ ਮੁੰਡੇ ਦਾ ਵੀ ਵਿਆਹ ਹੁੰਦਾ ਤਾਂ ਜਿਹੜੀ ਮਾਂ ਭੈਣ ਬੀਬੀਆਂ ਅੱਜ ਕੱਲ੍ਹ ਬਰਾਤਾਂ 'ਤੇ ਜਾਂਦੀਆਂ ਨੇ, ਉਹ ਮੁੰਡੇ ਦੇ ਵਿਆਹ ਦੀ ਬਰਾਤ ਬੀਬੀਆਂ ਨਹੀਂ ਸੀ ਜਾਂਦੀਆਂ ਹੁੰਦੀਆਂ, ਬੰਦੇ ਹੀ ਜਾਂਦੇ ਹੁੰਦੇ ਸੀ। ਤੇ ਜਦ ਕੋਈ ਚੜ੍ਹਾਈ ਕਰ ਜਾਣਾ, ਮਰ ਮੁਰ ਜਾਣਾ, ਤਾਂ ਵੀ ਜਿਹੜੀ ਘਰ ਵਾਲੀ ਆ ਉਹ ਦਹਿਲੀਜ਼ ਤੱਕ ਹੀ ਜਾ ਸਕਦੀ ਸੀ।
ਮੜੀਆਂ ਮਸਾਣਾਂ ਦੇ ਵਿੱਚ ਬੀਬੀਆਂ ਨਹੀਂ ਸਨ ਜਾਂਦੀਆਂ, ਇਹ ਪੁਰਾਣਾ ਰਿਵਾਜ ਸੀਗਾ ਸਾਡੇ ਇੰਡੀਆ ਦਾ। ਕਹਿੰਦੇ ਘਰ ਦੀ ਦਹਲੀਜ਼ ਉੱਪਰ ਬੈਠੀ ਹੋਈ ਇਸਤਰੀ ਰੋਂਦੀ ਪਈ ਹੈ, ਦੁਆਰੇ ਲਓ ਸੰਗ ਮਾਂ। ਅਤੇ ਜਿਹੜੀ ਸਕੀ ਮਾਂ ਸੀਗੀ ਉਹ ਨਗਰ ਦੇ ਦਰਵਾਜ਼ੇ ਤੱਕ ਨਾਲ ਜਾ ਸਕਦੀ ਸੀਗੀ, ਮੜੀਆਂ ਵਿੱਚ ਉਹ ਵੀ ਨਹੀਂ ਸੀ ਜਾ ਸਕਦੀ। ਘਰ ਵਾਲੀ ਤਾਂ ਬੈਠੀ ਦਰਵਾਜ਼ੇ 'ਚ ਰੋਂਦੀ ਪਈ ਹੈ ਦਹਲੀਜ਼ ਦੇ ਉੱਪਰ ਘਰ ਦੇ ਦਰਵਾਜ਼ੇ ਤੇ ਜਿਹੜੀ ਮਾਂ ਹੈ ਉਹ ਨਗਰ ਦੇ ਦਰਵਾਜ਼ੇ ਤੱਕ ਹੀ ਨਾਲ ਜਾਂਦੀ ਹੈ। ਇਹ ਪੂਰਬ ਦੇ ਇਲਾਕੇ ਦੀ ਰੀਤੀ ਹੈ। ਮਰੰਗਟ ਲਗ ਸਭ ਲੋਗ ਕੁਟੰਬ ਮੇਲ। ਫਿਰ ਪਰਿਵਾਰ ਵਾਲਿਆਂ ਨਾਲ ਮਿਲ ਕੇ ਨਗਰ ਵਾਲੇ ਜਾਂ ਸੰਬੰਧੀ ਆਦਿਕ ਸਾਰੇ ਲੋਕ ਮਸਾਨ ਭੂਮੀ ਤੱਕ ਹੀ ਜਾਂਦੇ ਨੇ। ਹੰਸ ਕੀਲਾ ਜਾਏ। ਅੱਗੇ ਪਰਲੋਕ ਦੇ ਵਿੱਚ ਤਾਂ ਜਿਹੜਾ ਹੰਸ ਜੀਵਾਤਮਾ ਹੈ ਇਕੱਲਾ ਹੀ ਜਾਂਦਾ ਹੈ। ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ, ਲਟ ਛੜਕਾਏ ਤੇਰੀਆ ਰੋਵੇ, ਹੰਸ ਅਕੇਲਾ ਜਾਈ। ਦੇਹੁਰੀ ਲੋ ਬਰੀ ਨਾਰ ਸੰਗ ਭਈ, ਆਗੇ ਸਜਨ ਸੁਹੇਲਾ, ਮਰਕਟ ਲੋ ਸਭ ਲੋਕ ਕੁਟੰਬ ਭਇਓ, ਆਗੇ ਹੰਸ ਅਕੇਲਾ। ਵੈ ਸੁਤ ਵੈ ਬਿਤ ਵੈ ਪੁਰ ਪਾਟਨ। ਉਹ ਪੁੱਤਰ, ਉਹ ਧਨ, ਉਹ ਨਗਰ ਤੇ ਉਹ ਸ਼ਹਿਰ ਬਹੁਰ ਨਾ ਦੇਖਿਆ। ਇੱਕ ਵਾਰ ਬੰਦਾ ਮਰ ਕੇ ਮੜੀਆਂ 'ਚ ਚਲਾ ਗਿਆ, ਮੁੜ ਕੇ ਜਿਉਂਦਾ ਹੋ ਕੇ ਉੱਥੇ ਸ਼ਹਿਰ 'ਚ ਨਗਰ 'ਚ ਧੀਆਂ ਪੁੱਤਾਂ 'ਚ ਆਪਦੇ ਘਰ ਆ ਕੇ ਨਹੀਂ ਬੈਠ ਸਕਦਾ, ਦੇਖਦਾ ਤੱਕ ਨਹੀਂ ਹੈ। ਜੇ ਕੋਈ ਆ ਵੀ ਜਾਵੇ ਭੁੱਲ ਭੁਲੇਖੇ ਹਵਾ ਜੀ ਗੰਦੀ ਮੰਦੀ ਤੇ ਲੋਕ 100 ਪਾ ਕਰਾਉਂਦੇ ਨੇ, ਅਰਦਾਸਾ ਕਰਦੇ ਵੀ ਸਾਡਾ ਖਹਿੜਾ ਛੱਡੇ, ਸਾਡੇ ਮਗਰੋਂ ਲੱਥੇ। ਉਹੀ ਪਿਓ, ਉਹੀ ਰੂਹ ਜਿਹੜੀ ਸਾਡੇ 'ਚ ਸਾਰੀ ਉਮਰ ਰਹੀ ਹੱਸਦੀ ਖੇਡਦੀ, ਆਪਾਂ ਡਰਦੇ ਮਾਰੇ ਅਰਦਾਸਾਂ ਕਰਾਉਂਦੇ ਹਾਂ ਵੀ ਮਹਾਰਾਜ ਇਹਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੀ, ਮੁੜ ਕੇ ਨਾ ਇੱਥੇ ਆਵੇ ਸਾਡੇ ਕੋਲ, ਇਹ ਸਾਡਾ ਖਹਿੜਾ ਨਾ ਕਰੇ। ਤੀਲੇ ਤੋੜ ਕੇ ਤੇ ਕਹਿ ਜਾਂਦੇ ਨੇ, ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਸੀ ਉਧਰ ਨੂੰ ਹੀ ਚਲਿਆ ਜਾ, ਸਾਡੇ ਵੱਲ ਪਿੱਛਾ ਭੌਂਕੀ ਨਾ ਵੇਖੀ, ਨਹੀਂ ਜੇ ਕੋਈ ਆ ਸਕਦਾ। ਪਤਾ ਨਹੀਂ ਵਾਸ਼ਨਾ ਦਾ ਬੱਧਿਆ ਹੋਇਆ ਜੀਵ ਵਾਸਨਾ ਬੱਧਾ ਜਾਵੇ ਕਿਧਰ ਚਲਿਆ ਜਾਂਦਾ ਹੈ। ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਜਦ ਯਮਦੂਤ ਫੜ ਕੇ ਲਿਜਾਂਦੇ ਨੇ, ਕਿਸੇ ਨੂੰ ਦੱਸ ਕੇ ਨਹੀਂ ਜਾਂਦੇ ਵੀ ਫਲਾਣੇ ਨਰਕ 'ਚ ਪਾ ਰਹੇ ਆ ਜਾਂ ਫਲਾਣੇ ਸਵਰਗ 'ਚ। ਆ ਜਿਹੜੇ ਪੁਲਿਸ ਵਾਲੇ ਨੇ ਗ੍ਰਿਫਤਾਰ ਕਰਕੇ ਨਹੀਂ ਜੇ ਦੱਸਦੇ, ਕਈ ਦਿਨ ਇੰਟਰੋਗੇਟਸ ਕਰਦੇ ਨੇ, ਪਤਾ ਨਹੀਂ ਕਿਤੇ ਦੀ ਕਿਤੇ ਸੈਂਟਰਾਂ 'ਚ ਰੱਖਦੇ ਨੇ। ਬੜੀ ਮੁਸ਼ਕਿਲ ਜੇ ਕੋਈ ਸਿਫਾਰਿਸ਼ ਪਾ ਕੇ ਪਤਾ ਲਾ ਲੇ ਤਾਂ ਲਾ ਲੇ। ਇਸ ਵਾਸਤੇ ਨਾ ਹੀ ਦੱਸ ਕੇ ਆਉਂਦੇ ਨੇ ਤੇ ਨਾ ਹੀ ਦੱਸ ਕੇ ਜਾਂਦੇ ਨੇ ਵੀ ਕਦੋਂ ਵਾਪਸ ਭੇਜਾਂਗੇ ਤੇ ਇਹਨੂੰ ਕਿੱਥੇ ਲਿਜਾ ਰਹੇ ਆ। ਯਮਦੂਤ ਤਾਂ ਭਲੇ ਇਹਨਾਂ ਦੇ ਪਿਓ ਨੇ, ਉਹਨਾਂ ਦਾ ਕੀ ਦੱਸਣਾ ਹੈ, ਬਸ ਲੈ ਜਾਂਦੇ ਨੇ ਤੇ ਨਾ ਹੀ ਪਿੱਛਾ ਭੌਂਕੇ ਵੇਖਣ ਦਿੰਦੇ ਹਨ। ਕਹਿਤ ਕਬੀਰ ਰਾਮ ਕੀ ਨਾ ਸਿਮਰਾਹੋ। ਸੋ ਮਹਾਰਾਜ ਫਰਮਾਉਂਦੇ ਹਨ, ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਦ। ਭੇਦ ਜੇ ਤਾਂ ਹਰ ਕਿਸੇ ਨੂੰ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੁਆ ਦੁਆਲੇ ਖਿਨ ਮੈਂ ਪਾਇਆ ਪਰਾਇਆ। ਬੁੱਧ ਵਿਸਰਜੀ ਗਈ ਸਿਆਨਮ ਜਿਸੋਂ ਲੱਗਾ ਹੇਤ। ਇਉਂ ਮਹਾਰਾਜ ਕਬੀਰ ਜੀ ਕਹਿੰਦੇ ਨੇ ਕਿ ਭਾਈ ਤੁਸੀਂ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦੇ। ਜਨਮ ਅਕਾਰਥ ਜਾ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਅਮੋਲਕ ਮਨੁੱਖਾ ਜਨਮ ਤੁਹਾਡਾ ਵਿਅਰਥ ਚਲਿਆ ਜਾ ਰਿਹਾ ਹੈ ਜੇ। ਰਾਗ ਕੇਦਾਰਾ। ਕੇਦਾਰਾ ਰਾਗ ਦੇ ਅੰਦਰ ਬਾਣੀ ਰਵਿਦਾਸ ਜੀਓ ਕੀ। ਪਿੱਛੇ ਹੁਣ ਕਬੀਰ ਜੀ ਦੀ ਬਾਣੀ ਸਮਾਪਤ ਹੋਈ ਤੇ ਭਗਤ ਰਵਿਦਾਸ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ ਜੀ। ਇੱਕ ਓੰਕਾਰ।
ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਜੋ ਕਿ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਟ ਕਰਮ ਕੁਲ ਸੰਯੁਗਤ ਹੈ। ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੇ ਅੰਦਰ ਭਗਤੀ ਦੀ ਵਿਸ਼ੇਸ਼ਤਾ ਦੱਸਦੇ ਨੇ। ਭਾਵੇਂ ਕੋਈ 6 ਸ਼ਾਸਤਰਾਂ ਦੇ ਦੱਸੇ ਹੋਏ 6 ਕਰਮ ਕਰਦਾ ਹੈ, ਸੰਧਿਆ, ਤਰਪਣ, ਗਾਇਤਰੀ ਤੇ ਇਉਂ ਦਾਨ ਦੇਣਾ ਲੈਣਾ ਤੇ ਜਗ ਕਰਨਾ ਕਰਾਉਣਾ, ਵਿਦਿਆ ਪੜ੍ਹਨੀ ਪੜ੍ਹਾਉਣੀ ਆਦਿਕ 6 ਕਰਮਾਂ ਨੂੰ ਕਰਦਾ ਹੈ। ਹਰ ਭਗਤ ਹਿਰਦੈ ਨਾਹੀ ਕੁੱਲ ਸੰਯੁਗਤ ਹੈ, ਚੰਗੀ ਕੁੱਲ ਦੀ ਸਹਿਤ ਵੀ ਹੈ, ਪਰ ਜੇਕਰ ਹਰੀ ਪ੍ਰਮਾਤਮਾ ਦੀ ਭਗਤੀ ਉਸ ਦੇ ਹਿਰਦੇ ਮਨ ਦੇ ਵਿੱਚ ਨਹੀਂ ਹੈ ਅਤੇ ਚਰਨਾਰ ਬਿੰਦ ਨ ਕਥਾ ਭਾਵੈ। ਪਰਮਾਤਮਾ ਦੇ ਚਰਨ ਕਮਲ ਤੇ ਹਰੀ ਦੇ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਚੰਗੀ ਨਹੀਂ ਲੱਗਦੀ ਉਸ ਨੂੰ। ਪਚ ਤੁਲ ਸਮਾਨ ਤਉ ਪੁਰਖ ਚੰਡਾਲ ਦੇ ਬਰਾਬਰ ਹੀ ਵਿਚਾਰ ਨਾ ਕਰੋ। ਜਿੰਨਾ ਮਰਜੀ ਉੱਚੀ ਕੁੱਲ ਵਾਲਾ, ਜਿੰਨਾ ਮਰਜੀ ਵਿਦਿਆ ਪੜ੍ਹਾਈ ਪੜ੍ਹਿਆ ਹੋਇਆ ਹੈ, ਚੇਤਾ ਇਹ ਮੇਰੇ ਚਿੱਤ ਚੇਤ ਚੇਤ ਅਚੇਤ ਅਚੇਤ ਗਾਫਲ ਚਿੱਤਾ ਮੇਰਿਆ। ਚੇਤਨ ਪਰਮਾਤਮਾ ਨੂੰ ਚੇਤੇ ਕਰ ਸ਼ਬਦ ਅਲੰਕਾਰ ਹੈ। ਚੱਚਾ ਤੇ ਤੱਤਾ, ਚੇਤੇ, ਚੇਤ, ਚੇਤਨ, ਅਚੇਤ ਅਰਥ ਵੱਖੋ ਵੱਖਰ ਨੇ, ਕਿਉਂਕਿ ਬਾਣੀ ਕਵਿਤਾ ਦੇ ਵਿੱਚ ਅਲੰਕ੍ਰਿਤ ਹੈ ਅਧਿਆਤਮਕ ਉਪਦੇਸ਼ ਵਾਲੀ, ਪਰ ਇਹਦੇ 'ਚ ਘਾਟ ਵੀ ਕੋਈ ਨਹੀਂ ਹੈ। ਜਿਹੜੇ ਪੱਖੋਂ ਮਰਜ਼ੀ ਦੇਖ ਲਓ, ਵਿਆਕਰਨ ਦੇ ਪੱਖ ਤੋਂ, ਪਿੰਗਲ ਦੇ ਪੱਖ ਤੋਂ, ਅਧਿਆਤਮਕ ਪੱਖ ਤੋਂ ਸੰਪੂਰਨ ਹੈ ਬਾਣੀ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੈ ਮੇਰੇ ਅਚੇਤ ਗਾਫਲ ਮਨਾ, ਤੂੰ ਚੇਤਨ ਪਰਮਾਤਮਾ ਨੂੰ ਚੇਤੇ ਕਰ ਲੈ ਆਪਦੇ ਚਿੱਤ ਵਿੱਚ। ਨਵੇਂ ਪਾਤਸ਼ਾਹ ਜੀ ਦਾ ਵੀ ਬਚਨ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਬੇਹਾਤ ਹੈ, ਫੂਟੇ ਘਟ ਜਿਉ ਪਾਨੀ। ਇਸੇ ਪ੍ਰਕਾਰ ਕਾਹੇ ਨਾ ਬਾਲਮੀਕ ਹੈ ਦੇਖ ਰੇ ਚਿਤ ਚੇਤ ਚੇਤ ਅਚੇਤ। ਹੇ ਭਾਈ, ਚੇਤਨ ਤੋਂ ਅਚੇਤ ਹੋਵੇ, ਤੂੰ ਚਿੱਤ ਵਿੱਚ ਪਰਮਾਤਮਾ ਨੂੰ ਚੇਤੇ ਕਰ। ਜੇਕਰ ਤੈਨੂੰ ਕੋਈ ਇਹ ਕਹੇ ਕਿ ਤੂੰ ਨੀਵੀਂ ਜਾਤ ਵਾਲਾ ਤਰ ਨਹੀਂ ਸਕਦਾ ਤਾਂ ਸੁਣ, ਬੀਜ ਮੰਤਰ ਸਰਬ ਕੋ ਗਿਆਨ, 54 ਵਰਨਾ ਮੈਂ ਜਪੈ ਕਉ ਨਾਮ। ਖੱਤਰੀ ਬ੍ਰਾਹਮਣ ਸ਼ੂਦਰ ਵੈਸ 54 ਵਰਨਾ ਜੋ ਕੋਈ ਵੀ ਨਾਮ ਜਪ ਲਵੇ, ਸਭਨਾਂ ਨੂੰ ਮਹਾਰਾਜ ਦਾ ਨਾਮ ਉਹਦਾ ਸੁਭਾਅ ਹੀ ਹੈ ਕਿ ਉਹ ਗਿਆਨ ਬਖਸ਼ ਦਿੰਦਾ ਹੈ, ਉਹ ਜਾਤ ਨਹੀਂ ਵੇਖਦਾ। ਕਾਹੇ ਨਾ ਵਾਲਮੀਕ ਦੇਖ, ਤੂੰ ਵਾਲਮੀਕ ਨੂੰ ਕਾਹਦੇ ਵਾਸਤੇ ਨਹੀਂ ਦੇਖਦਾ ਕਿ ਉਹ ਵੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ। ਉਹ ਕਿਸ ਜਾਤ ਤੋਂ ਕਿਸ ਪਦਵੀ ਤੇ ਅਮਰਿਓ ਪਹੁੰਚ ਗਿਆ। ਭਾਵ ਉਸਨੇ ਬ੍ਰਾਹਮਣਾਂ ਦੁਆਰਾ ਆਖੀ ਜਾਂਦੀ ਨੀਵੀਂ ਜਾਤ ਦੇ ਵਿੱਚ ਹੀ ਪਰਮ ਪਦਵੀ ਨੂੰ ਪਾਉਣਾ ਕੀਤਾ। ਰਾਮ ਭਗਤ ਬਸੇਖ, ਇਸ ਕਰਕੇ ਰਾਮ ਪਰਮਾਤਮਾ ਦੀ ਭਗਤੀ ਸਭ ਸਾਧਨਾ ਤੋਂ ਵਿਸ਼ੇਸ਼ ਕਰਕੇ ਅਧਿਕ ਹੈ। ਇੱਥੇ ਵਿਸ਼ਰਾਮ ਦਿੰਦੇ ਹਨ। ਇੱਕ ਤ੍ਰੇਤਾ ਯੁੱਗ ਵਿੱਚ ਵਾਲਮੀਕ ਜੀ ਹੋਏ ਨੇ, ਜਿਨ੍ਹਾਂ ਨੇ ਸ੍ਰੀ ਰਾਮਚੰਦਰ ਭਗਵਾਨ ਜੀ ਦੇ ਜਨਮ ਤੋਂ 10,000 ਸਾਲ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਸੀ। ਵੇਖੋ ਏਡੇ ਏਡੇ ਸਿਆਣੇ ਪੁਰਖ ਵੀ ਹੋ ਕੇ ਗੁਜ਼ਰ ਗਏ ਨੇ। ਸਾਨੂੰ ਤਾਂ ਭਲਾ ਆਪਦਾ ਹੀ ਨਹੀਂ ਪਤਾ ਵੀ ਅਸੀਂ ਕਿੱਥੇ ਬੈਠੇ ਹੋਏ ਆ। ਬੰਦੇ ਨੂੰ ਮੋਢੇ ਤੋਂ ਫੜ ਕੇ ਹਿਲਾਓ ਨਾ, ਆਖੀ ਦਾ ਹੈ ਅਰਦਾਸ ਹੋਣ ਲੱਗ ਪਈ। ਮਤਲਬ ਆਪਣਾ ਵੀ ਭੁੱਲਿਆ ਹੋਇਆ ਇਨਸਾਨ ਨੂੰ। ਇਹੋ ਜਿਹੇ ਸਿਆਣੇ ਪੁਰਖ ਵੀ ਜਿਨ੍ਹਾਂ 10,000 ਸਾਲ ਪਹਿਲਾਂ ਰਾਮ ਦੇ ਆਉਣ ਤੋਂ ਪਹਿਲਾਂ ਰਮਾਇਣ ਲਿਖ ਦਿੱਤੇ। ਇਹ ਜਿਹੜੀ ਸਾਖੀ ਹੈ, ਜਿਹੜਾ ਇਹ ਨਾਮ ਹੈ ਵਾਲਮੀਕ ਦਾ, ਉਸ ਵਾਲਮੀਕ ਦਾ ਨਹੀਂ, ਉਹ ਤਾਂ ਬ੍ਰਹਮ ਗਿਆਨੀ ਸੀਗਾ, ਕਿਰਪਾ ਵਾਲਾ ਸੀਗਾ।
ਇਹ ਜਿਹੜਾ ਵਾਲਮੀਕ ਹੈ, ਦੂਜੇ ਵਾਲਮੀਕ ਦੀ ਕਥਾ ਹੈ ਜੋ ਦੁਆਪਰ ਯੁੱਗ ਵਿੱਚ ਹੋਏ ਨੇ। ਉਹ ਉਸ ਘਰ ਵਿੱਚ ਜਨਮੇ ਜਿਸ ਨੂੰ ਸਮੇਂ ਦੇ ਧਰਮ ਦੇ ਆਗੂ ਬ੍ਰਾਹਮਣ ਨੀਚ ਅਤੇ ਅਪਵਿੱਤਰ ਮੰਨਦੇ ਸੀ। ਚੰਡਾਲਾਂ ਦੇ ਘਰ ਇਹਨਾਂ ਦਾ ਜਨਮ ਹੋਇਆ। ਭਾਵੇਂ ਇਸ ਵਾਲਮੀਕ ਜੀ ਦਾ ਪਹਿਲਾ ਜੀਵਨ ਕਿਸੇ ਵੀ ਤਰ੍ਹਾਂ ਦਾ ਸੀਗਾ, ਪਰ ਜਦ ਮਹਾਂਪੁਰਖਾਂ ਦਾ ਮਿਲਾਪ ਹੋਇਆ, ਜਿਨ੍ਹਾਂ ਨੂੰ ਧਨ ਦੇ ਬਦਲੇ ਮਾਰਨ ਲੱਗਾ ਸੀਗਾ, ਉਹ ਕਹਿਣ ਲੱਗੇ ਭਲਿਆ ਮਾਨਸਾ ਸਾਡੇ ਪੱਲੇ ਕੀ ਹੈ? ਕਹਿਣ ਲੱਗਾ ਕੱਪੜੇ ਤਾਂ ਹਨ, ਕੱਪੜੇ ਲਾ ਦਿਓ, ਇਹੀ ਮੇਰੇ ਟੱਬਰ ਦੇ ਕੰਮ ਹੋਣਗੇ। ਕਹਿੰਦੇ ਵੀ ਤੂੰ ਇੰਨਾ ਲਾਲਚ ਕਿਉਂ ਕਰ ਰਿਹਾ? ਜਿਸ ਟੱਬਰ ਬਾਬਤ ਇਹ ਤੂੰ ਸਭ ਕੁਛ ਕਤਲੇਆਮ ਕਰਦਾ। ਕਹਿੰਦਾ ਮੈਂ ਤੁਹਾਨੂੰ ਛੱਡਣਾ ਨਹੀਂ, ਤੁਸੀਂ ਰਾਜੇ ਨੂੰ ਜਾ ਕੇ ਦੱਸੋਗੇ ਮੈਂ ਕਤਲ ਕਰ ਦੇਣਾ। ਕਹਿੰਦੇ ਉਹ ਟੱਬਰ ਨੇ ਤੇਰੇ ਕੰਮ ਆਉਣਾ? ਪੁੱਛਦਾ ਸਹੀ। ਜਾ ਕੇ ਉਹਨੇ ਪੁੱਛਿਆ ਤਾਂ ਕੋਈ ਨਾ ਬੇਲੀ ਕਰ ਦੇ ਝਾੜਾ। ਸਭ ਹੱਥ ਝਾੜ ਕੇ ਪਾਸੇ ਹੋ ਕੇ ਖਲੋ ਗਏ। ਘਰ ਵਾਲੀ ਕਹਿਣ ਲੱਗੀ ਬੱਲੇ ਬੱਲੇ, ਪਤਾ ਨਹੀਂ ਤੂੰ ਕਿੱਥੋਂ ਪੜ੍ਹ ਆਇਆ ਹੈ ਪੜ੍ਹਾਈ। ਮੇਰੇ ਮਾਂ ਪਿਓ ਨੇ ਤੇਰਾ ਪੱਲਾ ਨਹੀਂ ਮੈਨੂੰ ਫੜਾਇਆ। ਤੇਰਾ ਫਰਜ਼ ਹੈ ਜਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਬੱਚੇ ਨਹੀਂ ਸਾਂਭਦੀ, ਘਰ ਦੀ ਜ਼ਿੰਮੇਵਾਰੀ ਹੈ। ਮਾਂ ਪਿਓ ਕਹਿਣ ਲੱਗੇ ਜਦੋਂ ਛੋਟਾ ਸੀ ਉਦੋਂ ਅਸੀਂ ਤੈਨੂੰ ਪਾਲਿਆ, ਹੁਣ ਤੇਰੀ ਮਰਜ਼ੀ, ਜਿੱਥੋਂ ਮਰਜ਼ੀ ਲਿਆ ਕੇ ਖਵਾ। ਇਹ ਭਲਾ ਕੀ ਮਤਲਬ ਹੋਇਆ ਕਿ ਪਾਪਾ ਚੋਂ ਹਿੱਸਾ ਵੰਡਾਓਗੇ? ਆਪਾਂ ਕਿਉਂ ਵੰਡਾਵਾਂਗੇ? ਧੀਆਂ ਪੁੱਤ ਕਹਿਣ ਲੱਗੇ ਅਸੀਂ ਅਜੇ ਛੋਟੇ ਆ। ਇਹ ਪਿਤਾ ਜੀ ਤੇਰਾ ਫਰਜ਼ ਬਣਦਾ 16, 17, 18 ਸਾਲ ਤੱਕ ਮਾਂ ਪਿਓ ਦਾ ਸਾਇਆ ਹੋਣਾ ਚਾਹੀਦਾ। ਉਹਦੇ ਤੋਂ ਬਾਅਦ ਕਬੂਤਰ ਜਦੋਂ ਨੂੰ ਮਰਜ਼ੀ ਉਡਾਰੀ ਮਾਰ ਜਾਏ, ਆਪਦਾ ਕਰੇ ਤੇ ਖਾਏ। ਫਿਰ ਜਦ ਤੂੰ ਬਜ਼ੁਰਗ ਹੋ ਗਿਆ ਤੇ ਆਪਾਂ ਤੈਨੂੰ ਸਾਂਭ ਸੰਭਾਲ ਤੇਰੀ ਕਰਾਂਗੇ। ਸੋ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰ ਭਿਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਟੱਬਰ ਪਾਲਣ ਦਾ ਕੋਈ ਉਲਾਮਾ ਨਹੀਂ, ਪਰ ਆਪਦੀ ਦਸਾਂ ਨੂੰਹਾਂ ਦੀ ਕਿਰਤ ਕਰਕੇ ਕਮਾਈ ਕਰਕੇ ਹੀ ਪਾਲਣਾ ਪੋਸਣਾ ਕਰਨੀ ਚਾਹੀਦੀ। ਮਹਾਂਪੁਰਖਾਂ ਨੇ ਜਦ ਐਸਾ ਉਪਦੇਸ਼ ਦਿੱਤਾ ਤਾਂ ਉਹਦਾ ਜੀਵਨ ਸੁਧਰ ਗਿਆ। ਮਰਾ ਮਰਾ ਦਾ ਗੁਰਮੰਤਰ ਲੈ ਕੇ ਤੇ ਉਹ ਜਾਪ ਜਪਦਾ ਜਪਦਾ ਰਾਮ ਰਾਮ ਦਾ ਬਣ ਗਿਆ। ਤੋ ਇਸ ਲਈ ਉਸ ਦਾ ਭਲਾ ਹੋ ਗਿਆ। ਮਹਾਂਪੁਰਖਾਂ ਕੋਲੋਂ ਖਿਮਾ ਮੰਗ ਕੇ ਬੇਨਤੀ ਕਰਕੇ ਤੇ ਵੇਖੋ ਜੁਗਤੀ ਦੇ ਨਾਲ ਉਹਨੇ ਮੁਕਤੀ ਪ੍ਰਾਪਤ ਕਰ ਲਈ। ਸੰਸਾਰ ਤੋਂ ਉਪਰਾਮ ਹੋ ਕੇ ਇਹੋ ਜਿਹੀ ਬੰਦਗੀ ਕੀਤੀ ਜਿਸ ਬੰਦਗੀ ਦੇ ਪ੍ਰਤਾਪ ਕਰਕੇ ਵਾਲਮੀਕ ਚੌਹਾਂ ਕੁੰਡਾਂ 'ਚ ਜਾਣਿਆ ਗਿਆ ਤੇ ਇੱਕ ਮਹਾਨ ਰਿਸ਼ੀ ਬਣਿਆ। ਇਸੇ ਮਹਾਰਿਸ਼ੀ ਦੇ ਚਰਨ ਪੈਣ ਕਾਰਨ ਹੀ ਪਾਂਡਵਾਂ ਦਾ ਜਗ ਸੰਪੂਰਨ ਹੋਇਆ ਸੀਗਾ। ਦ੍ਰੋਪਦੀ ਕਹਿਣ ਲੱਗੀ ਮਹਾਂਪੁਰਖੋ ਤੁਸੀਂ ਇੱਕ ਅਸਮੇਧ ਜਗ ਦਾ ਫਲ ਕਹਿੰਦੇ ਹੋ, ਮੈਂ ਸੰਗਤ 'ਚੋਂ ਸੁਣਿਆ ਤੁਹਾਡੇ ਵਰਗੇ ਸੰਤਾਂ ਕੋ ਕਿ ਗੁਰੂ ਭਣਿਓ ਸਤ ਸੰਗਤ ਜਾਤੇ। ਭਾਈ ਗੁਰਦਾਸ ਜੀ ਡਗ ਡਗ ਅਸੁਭ ਮਖ ਹਵੈ ਫਲ ਧਾਂਦੇ। ਗੁਰੂ ਜੀ ਨੇ ਆਖਿਆ ਕਿ ਸਤ ਸੰਗਤ ਦੇ ਵਿੱਚ ਜਿਹੜਾ ਵੀ ਇਨਸਾਨ ਆਪਦੇ ਪੈਰਾਂ ਨਾਲ ਚੱਲ ਕੇ ਜਾਂਦਾ ਹੈ ਤਾਂ ਇੱਕ ਇੱਕ ਕਦਮ ਦੇ ਇੱਕ ਕਸ਼ਮੀਰ ਜਗ ਦਾ ਨੂੰ ਫਲ ਮਿਲਦਾ। ਜਿੰਨੇ ਕਦਮ ਚੱਲ ਕੇ ਮੈਂ ਆਈ ਹਾਂ ਉਹਨੇ ਕਦਮਾਂ ਦੇ ਹਿਸਾਬ ਨਾਲ ਉਹਨੇ ਅਸਮੇਂ ਜਗ੍ਹਾਂ ਦਾ ਫਲ 100 ਦਾ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਪਾਓ। ਇਸ ਲਈ ਤੁਸੀਂ ਵਾਲਮੀਕ ਦਾ ਨਾਮ ਤਾਂ ਸੁਣਿਆ ਹੀ ਹੈ, ਇਹ ਕਿਸ ਜਾਤ ਤੋਂ ਕਿਸ ਪਦਵੀ ਤੇ ਪਹੁੰਚ ਗਿਆ। ਇਸ ਲਈ ਰਾਮ ਭਗਤ ਬਸੇ ਬਸੇਖ। ਪਰਮਾਤਮਾ ਦੀ ਭਗਤੀ ਸਭ ਸਾਧਨਾਂ ਦੇ ਨਾਲੋਂ ਵਿਸ਼ੇਸ਼ ਕਰਕੇ ਅਧਿਕ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ ਵਾਨ ਸਤਰ ਅਜਾਤ ਸਭ ਤੇ। ਜਿਸ ਨੂੰ ਕੁੱਤਿਆਂ ਦਾ ਵੈਰੀ ਤੇ ਸਾਰਿਆਂ ਤੋਂ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀਗਾ। ਕੁੱਤਿਆਂ ਦੀਆਂ ਵੈਰੀ ਭਾਵ ਚੰਡਾਲ, ਅਰਥਾਤ ਜੋ ਕੁੱਤੇ ਮਾਰ ਕੇ ਉਹਨਾਂ ਦੀਆਂ ਖੱਲਾਂ ਵੇਚਦੇ ਸਨ, ਇਸ ਕਰਕੇ ਉਹਨੂੰ ਕੁੱਤਿਆਂ ਦਾ ਵੈਰੀ ਕਿਹਾ ਜਾਂਦਾ। ਉਸ ਸਮੇਂ ਦੇ ਲੋਕ ਭੰਗੀਆਂ ਕੋਲੋਂ ਕੁੱਤੇ ਮਰਵਾਉਣ ਦਾ ਕੰਮ ਕਰਵਾਉਂਦੇ ਸਨ ਜਾਂ ਝੂਠੀਆਂ ਪੱਤਲਾਂ ਦੇ ਖਾਣ ਦਾ ਕੰਮ ਕੁੱਤਿਆਂ ਦਾ ਸੀ, ਪਰ ਭੰਗੀ ਝੂਠ ਚੁੱਕ ਕੇ ਲੈ ਜਾਂਦੇ ਸਨ, ਇਸ ਲਈ ਕੁੱਤਿਆਂ ਦੇ ਵੈਰੀ ਕਿਹਾ ਜਾਂਦਾ ਹੈ। ਕ੍ਰਿਸ਼ਨ ਲਾਭੈ ਹੇਤ। ਉਸ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਨੇ ਵੀ ਪ੍ਰੇਮ ਲਾਉਣਾ ਕੀਤਾ ਜਾਂ
ਜਾਂ ਉਸ ਵਾਲਮੀਕ ਨੇ ਕ੍ਰਿਸ਼ਨ ਨਾਲ ਪ੍ਰੇਮ ਲਾਉਣਾ ਕੀਤਾ। ਲੋਗ ਬਪੁਰਾ ਕਿਆ ਸਰਾਹੈ। ਇਹ ਤੁਸ਼ ਜੀਵ ਜਗਤ ਵਾਲਮੀਕ ਆਦਿਕ ਪ੍ਰਭੂ ਦੇ ਪਿਆਰਿਆਂ ਨੂੰ ਭਲਾ ਕੀ ਸਲਾਹ ਸਕਦਾ ਹੈ। ਤੀਨ ਲੋਕ ਪ੍ਰਵੇਸ਼। ਉਸ ਵਾਲਮੀਕ ਦਾ ਜਸ ਤਾਂ ਤਿੰਨਾਂ ਲੋਕਾਂ ਵਿੱਚ ਹੀ ਪ੍ਰਵੇਸ਼ ਹੋ ਗਿਆ। ਉਹਦੀ ਕਿਰਪਾ ਤੋਂ ਬਗੈਰ, ਉਹਦੇ ਸ਼ਕਨ ਤੋਂ ਬਗੈਰ ਵੇਖੋ ਪਾਂਡਵਾਂ ਦਾ ਜਗ ਸੰਪੂਰਨ ਨਹੀਂ ਹੋਇਆ। ਜਦ ਉਹਨੇ ਪ੍ਰਸ਼ਾਦ ਪਾਇਆ, ਪਹਿਲਾਂ ਉਹਨੇ ਮਿਕਸ ਕਰ ਲਿਆ ਤਾਂ ਦ੍ਰੋਪਦੀ ਦੇ ਮਨ 'ਚ ਸ਼ੰਕਾ ਆ ਗਈ ਵੀ ਵੇਖ ਲਓ, ਨਾਮ ਜਪ ਕੇ ਮਹਾਂਪੁਰਖ ਤਾਂ ਬਣ ਗਿਆ, ਪਰ ਹੈ ਤਾਂ ਨੀਵੀਂ ਜਾਤ ਵਾਲਾ, ਇਸ ਆਵਾਜ਼ ਨੂੰ ਖਾਣ ਦੀ ਵੀ ਨਹੀਂ ਜਾਚ ਹੈ। ਫਿਰ ਟੱਲ ਨਹੀਂ ਖੜਕਿਆ। ਫਿਰ ਜਦ ਮਾਫੀ ਮੰਗੀ ਤਾਂ ਕਹਿੰਦੇ ਮਹਾਰਾਜ ਇਹ ਸ਼ੰਕਾ ਆ ਗਿਆ, ਮਾਫ ਕਰੋ। ਕਹਿੰਦੇ ਭਾਈ ਮੈਂ ਤਾਂ ਪਰਮਾਤਮਾ ਨੂੰ ਭੋਗ ਲਵਾਉਣਾ ਚਾਹਿਆ, ਸੋਚਿਆ ਵੀ ਮਿੱਠਾ ਪਹਿਲਾਂ ਖਾਊਗਾ ਕਿ ਸਲੂਣਾ ਖਾਊਗਾ। ਕਈ ਮੇਰੇ ਵਰਗੇ ਖੀਰ ਕੜਾਹ ਆਦਿਕ ਪਹਿਲਾਂ ਛਕਦੇ ਨੇ ਮਿੱਠਾ, ਪਰ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਨੇ ਉਹਨੂੰ ਸਵੀਟ ਡਿਸ਼ ਕਹਿ ਕੇ ਬਾਅਦ ਵਿੱਚ ਖਾਂਦੇ ਨੇ ਮਿੱਠਾ। ਉਹ ਰੱਬ ਦਾ ਕੀ ਪਤਾ ਵੀ ਉਹ ਪਹਿਲਾਂ ਪਸੰਦ ਕਰੇ ਕਿ ਬਾਅਦ ਵਿੱਚ ਕਰੇ। ਤੇ ਮੈਂ ਸਾਰਾ ਕੁਝ ਹੀ ਮਿਕਸ ਕਰ ਲਿਆ, ਨਾ ਤਾਂ ਬਹੁਤਾ ਮਿੱਠਾ ਖਾਧਾ ਜਾਂਦਾ ਤੇ ਮੇਰੇ ਕੋਲ ਤਾਂ ਵੱਧ ਜਾਏ ਤੇ ਮੈਂ ਤਾਂ ਸਬਜ਼ੀ ਨਾਲ ਹੀ ਖਾਣਾ ਸ਼ੁਰੂ ਕਰ ਦਈਦਾ। ਤੋ ਇਸ ਵਾਸਤੇ ਆਪਦਾ ਸੁਭਾਅ ਹੈ। ਹੁਣ ਮਹਾਰਾਜ ਦਾ ਕੀ ਪਤਾ ਵੀ ਕੀ ਲਾਈਕ ਕਰਦਾ ਹੋਏ, ਇਸ ਲਈ ਸਾਰਾ ਕੁਝ ਇਕੱਠਾ ਕਰਕੇ ਤੇ ਮੈਂ ਭੋਗ ਲਵਾਇਆ। ਰਾਮ ਰਾਮ ਕਹਿ ਕੇ ਮੂੰਹ 'ਚ ਪਾਇਆ, ਮਹਾਰਾਜ ਨੂੰ ਭੋਗ ਲੱਗ ਜਾਏ। ਜਿਹੜੀ ਚੀਜ਼ ਉਹ ਚਾਹੁੰਦਾ ਉਹ ਪਹਿਲਾਂ ਗ੍ਰਹਿਣ ਕਰ ਲੈ। ਇੰਜ ਉਹਨਾਂ ਦਾ ਸ਼ੰਕਾ ਨਿਵਰਤ ਕੀਤਾ। ਫਿਰ ਘੜਿਆਲ ਖੜਕਿਆ ਤੇ ਜਗ ਸੰਪੂਰਨ ਹੋਇਆ। ਇਉਂ ਵਾਲਮੀਕ ਦਾ ਜਸ ਤਿੰਨਾਂ ਲੋਕਾਂ 'ਚ ਪ੍ਰਵੇਸ਼ ਹੋ ਗਿਆ। ਜਮਲ ਪਿੰਗੁਲਾ ਲੁਪਤ ਕੁੰਚਰ। ਫਿਰ ਤੁਸੀਂ ਵੇਖੋ ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ। ਜਿਨੇ ਪੰਡਤ ਵਿਦਵਾਨ ਦੇ ਪਾਸੋਂ ਕਥਾ ਸਿੱਖ ਕੇ ਤੇ ਰਾਜੇ ਦੇ ਕੋਲ ਨੌਕਰੀ ਵੀ ਕਰ ਲਈ। ਉਹ ਬ੍ਰਾਹਮਣ ਬਿਮਾਰ ਹੋ ਗਿਆ, ਫਿਰ ਉਹਨੇ ਆਪਦੇ ਚੇਲੇ ਜਾਂ ਮੁੰਡੇ ਨੂੰ ਕਥਾਵਾਚਕ ਲਵਾਤਾ। ਆਖਿਆ ਸ਼ਹਿਰ ਦੇ ਬਾਰ-ਬਾਰ ਥਾਣੀ ਜਾਣਾ, ਬਾਰ-ਬਾਰ ਆਉਣਾ, ਬਾਜ਼ਾਰ ਦੇ ਵਿੱਚ ਦੀ ਨਹੀਂ ਜਾਣਾ। ਉਹਨੇ ਸੋਚਿਆ ਵੀ ਮੈਨੂੰ ਕੋਈ ਖਾ ਥੋੜ੍ਹਾ ਚੱਲਿਆ, ਫਿਰ ਕੀ ਆ। ਉਧਰ ਦੀ ਵਲ ਪਾ ਕੇ ਜ਼ਿਆਦਾ ਟਾਈਮ ਲੱਗਦਾ ਸੀ, ਅੱਜ ਦੇ ਵਿੱਚ ਦੀ ਜਾ ਕੇ ਵੇਖਦੇ ਹਾਂ। ਉਹ ਵੇਸਵਾ ਦੇ ਨਾਲ ਜਿਹੜੀ ਨਿਗਾਹ ਸੀ ਅਟਕ ਗਈ, ਤਾਂ ਉਹਦੇ ਨਾਲ ਹੀ ਫਿਰ ਜੰਗਲ ਵਿੱਚ ਰਹਿਣ ਲੱਗ ਪਿਆ। ਸਭ ਡਿਊਟੀ ਖਤਮ ਹੋ ਗਈ, ਮੰਗ ਕੇ ਖਾਣ ਤੋਂ ਵੀ ਦੁੱਬਰ ਹਾਲਤ ਹੋ ਗਈ। ਭੁੱਖਾ ਮਰ ਲੱਗਾ ਦਾ ਗਰੀਬ 7 ਨਿਆਣੇ। 7ਵਾਂ ਜਦ ਹੋਣ ਵਾਲਾ ਸੀ, ਮਹਾਂਪੁਰਖਾਂ ਦੀ ਕਿਰਪਾ ਹੋਈ। ਕਹਿੰਦਾ ਜੀ ਮੇਰਾ ਭਲਾ ਕਰੋ, ਬੜਾ ਕੁਛ ਵੇਖ ਲਿਆ, ਖਾ ਲਿਆ, ਹੰਡਾ ਲਿਆ, ਹੁਣ ਮੈਨੂੰ ਮਹਾਰਾਜ ਮੱਤ ਦਿਓ। ਮੈਂ ਚੰਗਾ ਭਲਾ ਕਥਾਵਾਚਕ ਵਿਦਵਾਨ ਬਣ ਕੇ ਮੂਰਖਾਂ ਵਾਲਾ ਕੰਮ ਕੀਤਾ। ਕਹਿੰਦੇ ਭਾਈ ਆਪਦੇ ਪੁੱਤ ਦਾ ਨਾਮ ਨਰੈਣ ਰੱਖੀ। ਉਹਦੇ ਨਾਲ ਪਿਆਰ ਹੋਣ ਕਰਕੇ ਜਦ ਯਮਾ ਨੇ ਦਿਖਾਲੀ ਦਿੱਤੀ ਤਾਂ ਸਾਰੀ ਦਿਹਾੜੀ ਨਰੈਣ ਨਰੈਣ ਦੀਆਂ ਆਵਾਜ਼ਾਂ ਮਾਰਦਾ ਸੀ। ਯਮਾ ਨੂੰ ਵੇਖ ਕੇ ਵੀ ਮੂੰਹ 'ਚੋਂ ਨਰੈਣ ਕਹਿ ਦਿੱਤਾ ਤਾਂ ਛੱਡ ਕੇ ਯਮਦੂਤ ਭੱਜ ਗਏ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ। ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਭਾਕੇ ਹਿਰਦੈ ਬਸੈ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ। ਇੱਕ ਨਿਮਕ ਦੇ ਵਿੱਚ ਉਹਦਾ ਪਾਰ ਉਤਾਰਾ ਹੋ ਗਿਆ। ਫਿਰ ਪਿੰਗਲਾ ਨਾਮੀ ਵੇਸਵਾ, ਇਹ ਜਨਕਪੁਰੀ ਦੇ ਵਿੱਚ ਰਹਿੰਦੀ। ਇਹਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ, ਕਾਮ ਨਾਲ ਵਿਆਕੁਲ ਹੋਈ, ਪਰ ਉਸ ਪਾਸ ਆਇਆ ਨਾ। ਸਾਰੀ ਰਾਤ ਬੇਚੈਨੀ 'ਚ ਬੀਤੀ। ਅੰਮ੍ਰਿਤ ਵੇਲੇ ਨੂੰ ਉਹਦੇ ਮਨ 'ਚ ਵੈਰਾਗ ਪੈਦਾ ਹੋਇਆ ਕਿ ਜੇਕਰ ਅਜਿਹਾ ਪ੍ਰੇਮ ਮੈਂ ਰੱਬ ਦੇ ਨਾਲ ਲਾਉਂਦੀ ਤਾਂ ਕਿਹਾ ਉੱਤਮ ਫਲ ਮੈਨੂੰ ਮਿਲਦਾ। ਇੰਝ ਉਹ ਸੋਚ ਕੇ ਰੱਬ ਦੇ ਭਜਨ 'ਚ ਲੱਗ ਕੇ ਮੁਕਤ ਹੋ ਗਈ ਸੀ। ਜਾਂ ਇੰਝ ਵੀ ਮੰਨਿਆ ਜਾਂਦਾ ਕਿ ਰਾਜੇ ਜਨਕ ਦੇ ਸਰੀਰ 'ਤੇ ਮੋਹ ਸੀ। ਜਦ ਵੀ ਉਹਦੀ ਸਭਾ ਲੱਗਦੀ ਉਹਦੇ ਚਿਹਰੇ ਵੱਲ ਵੇਂਦੀ। ਰਾਜਾ ਜਨਕ ਇੱਕ ਦਿਨ ਰਿਸ਼ੀਆਂ ਨਾਲ ਵਿਚਾਰ ਗੋਸ਼ਟੀ ਕਰ ਰਿਹਾ ਸੀ। ਉਹਨਾਂ ਦੇ ਵਿਚਾਰ ਸੁਣ ਕੇ ਵੇਸਵਾ ਨੂੰ ਆਪਣੇ ਤੇ ਬੜੀ ਗਲਾਨੀ ਹੋਈ। ਆਪਦੇ ਕਰਮਾਂ ਨੂੰ ਧਰਕਾਰ ਕੇ ਰਿਸ਼ੀਆਂ ਦੇ ਉਪਦੇਸ਼ ਨੂੰ ਘੁਮਾ ਕੇ ਤਪ ਕੀਤਾ ਤੇ ਮੁਕਤੀ ਨੂੰ ਪ੍ਰਾਪਤ ਹੋਈ।
फिर लुभत कुंचर, लुभत लुभदक बदक शिकारी का नाम है, जिसने चंद्रक मुनि का वचन मन के चतुर्भुजी जानवर नूं पकड़न लई हठ कीता। संतां नूं कहण लगा, उन्हां दी समाधि सीगी भी मैनूं अज शिकार वधिया मिले ते मैं तुहानूं 10वां हिस्सा भेटा करांगा। बहुता शिकार मिलण तो अद्धे जानवर अगे रख के मत्था टेक के कहण लगा, लो बाबा जी तुसीं बड़े जारे पीर हो, मैं सुखिया तो दसवंध सीगा, अज बड़े दिनों बाद इन्ना शिकार हथ आया, अद्धा तुहाडा ते अद्धा मेरा, 50-50%। वो कहन लगा, ठहर जाओ, तू है कौन, इधर आ, ये की कीता, किन्ने तैनूं ये सुखना सिखाई हो? कहन लगा, तुसीं अखां बंद कीतियां, मैं सुखना सुख ही गया। कहंदे ठहर जा, मैं तेरी सवारदा भुगत, तेन मैं हुणे शराब दिंदा, जे मेरा वर पूरा हो सकता शराब भी पूरा हो, मैं तेन भस्म कर देऊंगा। जान के दबका मारिया, चुकला अपने ये जानवर, मैं क्यों तेरे पाप च हिस्सेदार बनूंगा। वो पैरी पै गया, जी माफ करो, कहते इस तरह मां मूफ नहीं होना, मैनू चतुर्भुजी जानवर चाहिए, वो फड़ के लिया के दे, कोई होवे तां ही मिले। बड़ा इन्हें लभ्या, सोचा भी संत झूठ नहीं बोलता, चतुर्भुजी जानवर होएगा। जिस वक्त नहीं लभा तां खुदकुशी करन लगा, किद नूं मरना ही चंगा। बड़ा वैराग आया मन विच। फिर महाराज चतुर्भुजी का रूप धार के विष्णु भगवान ये अगे अगे, ये मगर मगर चंगा इनू खपाया। जो मूँह चो झग निकल लग पई, अखां चो पानी, सिर बौंके, हाल बुरे दिहाड़े, ते बहुता खप के फिर मरन लगा भी मेरे हाथ ही नहीं आता, इधर मरना चंगा। ते महाराज झाड़ियां च सिर दे के अपने आप ही उत्थे बैठ गए। इन्हें जाके चरना नूं मारी रस्सी, सुटिया मोढे ते, चल मेरे भाई, कहंदे लो बाबा जी। ते जदों पंछी नूं वेख्या, कंडे कुंडे लगे, बड़ा जख्मी लहू लुहान, उठ के खड़ो गया महात्मा, पैरी हथ लाया, कहंदे महाराज ओहदियां रस्सियां कट्टियां, गंढां खोलियां कि किहड़ी विपता पई सी तुहानूं इन्नी बुरी हालत कराउणी पई। तां भगवान ने प्रतख हो के शिकारी नूं भी दर्शन दिते। अजे तामसी बिरती वाला जीव घात करके खाण वाला सीगा, ते ओह संत नूं भी दर्शन दिते। आख्या भी शिकारी ने तेनों गुरु उतारिया, तेरे ते सिदक भरोसा निश्चय करके कि इन्हें सच बोलिया है, मेरा ध्यान धार के मेरी याद करता रहा चतुर्भुजी जानवर दी, तां मैनूं दर्शन दे के निहाल किया है। इंज वेखो वो लुभतक भी तर गया। फिर हाथी जिन्हों तलाज तेंदुए ने ग्रस लिया सी, जदों निर्बल होकर डुबन लगा, तदों तलाब विच तैरदा आउंदा कमल दा फुल अपनी सुंड च फड़ के भगवान अगे अरदास की। जुरनी भी अरदास लंबी चौड़ी होवे, 2 अखरां दी भी प्रमाण हो जाती। तदों भगवान ने प्रसन्न हो के ओहदी अरदास सुन के हाथी दी हरी हर क्षेत्र ते रखिया की, सारी बंधन कट के उन्होंने मुक्त कर दिता। गए हर कै पास, ये सारे परमात्मा दे कोल चले गए। अर्थात अजामल संतां दे वचन अनुसार पुत्र दा नारायण नाम रख के अंत नूं नारायण नारायण करदा परम गति नूं प्राप्त होया। पिंगला, लुभतक ते हाथी ये सब भगवान विष्णु दे बैकुंठपुरी दी अधिकारी होए। ऐसे दुर्मत निस्तारे, अजय खोटी मत वाले कई मनुखे संसार समुद्र तो तर गए हन। क्यों ना तरह रवदास, भगत रविदास जी कथन करते ने, तू क्यों घबराया पिया, तू तो चंगा भला महाराज दा सिंह है, अमृतधारी है, नितनेमी है, क्यों नहीं भरोसा रखता गुरु ग्रंथ साहिब से, क्यों नहीं निश्चय रख के इन्हां दी बाणी पढ़दा, होर इन्हां पासे भजिया फिरदा है। मतलब परमात्मा की भगती करके तू भी इथों तर जावेंगा। इस दे नाल ही शब्द भी संपूर्ण होया, भगत बाणी भी संपूर्ण हुई, ते राग केदारा दी भी संपूर्णता हुई है। जी भुल चुक माफ करनी, अगे तो समत बख्शनी। अजामल पिंगुला लुभद कुंचर, गए हर के पास, ऐसी दुर्मत निस्तारे, क्यों न तरह रविदास। वाहिगुरु जी का खालसा।
ਵਾਸ